हमारे प्यारे सतगुरु जैसा हमने ना कोई और देखा। हमारे प्यारे सतगुरु जैसा हमने ना कोई और देखा। परम पिता परमात्मा ਸਾਵਣ ਕਿਰਪਾਲ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਗਰੀਬ ਆਤਮਾ ਤੇ ਰਹਿਮ ਕੀਤਾ, ਦਇਆ ਕੀਤੀ, ਭਗਤੀ ਦਾ ਦਾਨ ਦਿੱਤਾ ਹੈ। ਉਸ ਘਰ ਦੀ ਦੱਸ ਪਾਈ ਜਿੱਥੋਂ ਕਿ ਆਤਮਾ ਪਤਾ ਨਹੀਂ ਕਿੰਨੇ ਜਨਮਾਂ ਦੀ ਇਹ ਭੁੱਲੀ ਸੀ। ਇਸ ਨੂੰ ਚੇਤਾ ਕਰਾਇਆ ਕਿ ਪਿਆਰੀ ਬੱਚੀ, ਤੇਰਾ ਕਿਹੜਾ ਇਹ ਘਰ ਨਹੀਂ ਜਿੱਥੇ ਤੂੰ ਬੈਠੀ ਹੈ, ਤੇਰਾ ਤਾਂ ਘਰ ਸੱਚਖੰਡ ਹੈ। ਉਹਦਾ ਲਫ਼ਜ਼ਾਂ ਨਾਲ ਧੰਨਵਾਦ ਨਹੀਂ ਕੀਤਾ ਜਾ ਸਕਦਾ, ਸਿਰਫ ਅੰਦਰ ਜਾ ਕੇ ਉਹਦੀ ਪੂਰਨ ਸਿੱਖਿਆ ਦੇ ਉੱਤੇ ਅਮਲ ਕਰਕੇ ਹੀ ਸੱਚਾ ਧੰਨਵਾਦ ਹੈ। ਤੁਸੀਂ ਕਿਸੇ ਮਹਾਤਮਾ ਦੀ ਲੇਖ ਨਹੀਂ ਪੜ੍ਹ ਕੇ ਦੇਖੋ, ਕਬੀਰ ਸਾਹਿਬ, ਗੁਰੂ ਨਾਨਕ, 10 ਗੁਰੂਆਂ ਦੇ ਹਾਲ ਪੜ੍ਹ ਕੇ ਦੇਖ ਲਓ। ਹੋਰ ਕਿਸੇ ਵੀ ਪੂਰਨ ਸੰਤ ਦੀ ਬਾਣੀ ਨੂੰ ਪੜ੍ਹ ਕੇ ਦੇਖ ਲਓ। ਹਰ ਸੰਤ ਇਹ ਅਕਵਾਲ ਕਰਦਾ ਹੈ ਕਿ ਅਸੀਂ ਆਪਣੇ ਗੁਰੂ ਜੈਸਾ ਕੋਈ ਹੋਰ ਨਹੀਂ ਦੇਖਿਆ। ਅਸੀਂ ਕਹਾਂਗੇ ਕਿ ਉਹ ਸਾਡੇ ਵਰਗਾ ਹੀ ਇਨਸਾਨ ਹੈ, ਸਾਡੇ ਤਰ੍ਹਾਂ ਖਾਂਦਾ ਪੀਂਦਾ ਹੈ, ਕੌਮ ਸਭ ਕੁਝ ਰੱਖਦਾ ਹੈ, ਇਨਸਾਨਾਂ ਵਾਲੀ ਕਿਰਿਆ ਕਰਦਾ ਹੈ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂਗਾ, ਕਿਉਂਕਿ ਉਹ ਸਾਡੀ ਪੱਧਰ ਤੇ ਆਇਆ ਹੈ। ਮੈਂ ਕੱਲ ਦੇ ਸਤਸੰਗ ਵਿੱਚ ਦੱਸਿਆ ਸੀਗਾ ਕਿ ਇਹ ਨਾਸਵਾਨ ਦੁਨੀਆ ਦਾ ਅਗਰ ਖਿਆਲ ਛੱਡ ਕੇ ਉਹ ਪਰਮ ਪਿਤਾ ਪਰਮਾਤਮਾ ਦੇ ਨਾਲ ਦੇ ਪਿਆਰ ਪਾਵੇ। ਦਿਲ ਹਰ ਇੱਕ ਦਾ ਹੀ ਕਰਦਾ, ਲੇਕਿਨ ਉਹ ਪਰਮਾਤਮਾ ਇਹਨਾਂ ਅੱਖਾਂ ਨਾਲ ਕਦੇ ਦੇਖਿਆ ਨਹੀਂ, ਨਾ ਕੋਈ ਇਹਨਾਂ ਅੱਖਾਂ ਨਾਲ ਉਹਨੂੰ ਦੇਖ ਸਕਦਾ ਹੀ ਹੈ, ਕਿਉਂਕਿ ਉਹ ਗੁਪਤ ਹੈ। ਉਹ ਸਾਡੀ ਇਸ ਲਾਚਾਰੀ ਇਨਸਾਨ ਦੀ ਨੂੰ ਅੱਛੀ ਤਰ੍ਹਾਂ ਜਾਣਦਾ ਹੈ, ਜਿਹਨੇ ਸਾਨੂੰ ਸੰਸਾਰ 'ਚ ਭੇਜਿਆ ਹੈ ਕਿ ਮੈਨੂੰ ਦੇਖ ਨਹੀਂ ਸਕਦੇਗੇ। ਉਹ ਸਾਡੀ ਕਮੀ ਪੂਰਤੀ ਨੂੰ ਦੇਖਦਾ ਹੋਇਆ ਹੀ ਉਹ ਖੁਦ ਇਨਸਾਨਾਂ ਦੇ ਵਿੱਚ ਇਨਸਾਨ ਆਪ ਬਣ ਕੇ ਆਉਂਦਾ ਹੈ। ਕਿਉਂਕਿ ਜੇ ਉਹ ਦੇਵੀ ਦੇਵਤਾ ਬਣ ਕੇ ਆਉਂਦਾ ਤਾਂ ਆਪਾਂ ਉਹਨੂੰ ਦੇਖ ਨਾ ਸਕਦੇ। ਜੋ ਕਿਸੇ ਗਊ ਮੱਝ ਦੇ ਚੋਲੇ 'ਚ ਆਉਂਦਾ, ਆਪਾਂ ਉਹਦੀ ਬੋਲੀ ਨਾ ਸਮਝ ਸਕਦੇ। ਹੋਰ ਕਿਸੇ ਪੰਛੀ ਦੇ ਜਾਮੇ ਵਿੱਚ ਆਉਂਦਾ, ਤਦ ਵੀ ਆਪਾਂ ਉਹਦੀ ਬੋਲੀ ਨਾ ਸਮਝ ਸਕਦੇ। ਆਪਣੀ ਜਿਨਸ ਦੇ ਨਾਲ ਕੁਦਰਤੋਂ ਲਗਾਓ ਹੁੰਦਾ ਹੈ, ਇਸ ਵਾਸਤੇ ਉਹ ਪਰਮਾਤਮਾ ਨੇ ਸਾਡੇ ਇਨਸਾਨੀ ਲੈਵਲ ਦੇ ਉੱਤੇ ਹੀ ਉਹ ਆ ਗਿਆ। ਜਦ ਇਨਸਾਨੀ ਲੈਵਲ ਤੇ ਆਇਆ ਹੈ, ਇੱਥੇ ਆ ਕੇ ਕਿਰਿਆ ਤਾਂ ਜ਼ਰੂਰ ਉਹੀ ਕਰਦਾ ਹੈ, ਲੇਕਿਨ ਇਹਦੇ ਵਿੱਚ ਬੜਾ ਅੰਤਰ ਹੁੰਦਾ ਹੈ। ਇੱਕ ਪੜ੍ਹਿਆ ਹੈ, ਇੱਕ ਅਨਪੜ੍ਹ ਹੈ, ਉਹਨਾਂ ਦੀ ਕਲਾਸੀਫਿਕੇਸ਼ਨ ਦਾ ਬੜਾ ਫਰਕ ਹੁੰਦਾ ਹੈ। ਕਿਉਂਕਿ ਸੰਤ ਇੱਥੇ ਆ ਕੇ ਬੜਾ ਛੋਟਾ ਜੀਵਨ ਬਤੀਤ ਕਰਦੇ ਹੈ। ਬੇਸ਼ੱਕ ਉਹ ਅਮੀਰ ਘਰਾਣੇ ਵਿੱਚ ਪੈਦਾ ਹੋ ਜਾਣ, ਗਰੀਬ ਵਿੱਚ ਹੋ ਜਾਣ, ਅਗਰ ਗਰੀਬੀ ਦੇ ਵਿੱਚ ਹੋਏ, ਉੱਥੇ ਵੀ ਆਪਣਾ ਧੰਦਾ ਕਰਕੇ ਰੋਜੀ ਰੋਟੀ ਦਾ ਖਾਂਦੇ ਹੈ। ਉਹਨਾਂ ਉੱਤੇ ਉਸ ਗਰੀਬੀ ਦਾ ਕੋਈ ਅਸਰ ਨਹੀਂ ਪੈਂਦਾ ਗਾ। ਹਾਲਾਂਕਿ ਉਹਨਾਂ ਲੋਕਾਂ ਦੇ ਰਾਜੇ ਮਹਾਰਾਜੇ ਸੇਵਕ ਹੁੰਦੇ ਰਹੇ ਹੈ, ਉਹਨਾਂ ਨੂੰ ਅੱਛੇ ਮਹੱਲਾਂ 'ਚ ਵੀ ਰੱਖ ਸਕਦੇ ਹੁੰਦੇ ਹੈ, ਲੇਕਿਨ ਨਹੀਂ, ਉਹ ਆਪਣੀ ਜ਼ਿੰਦਗੀ ਆਪਣੇ ਹੀ ਢੰਗ ਨਾਲ ਜਿਉਂਦੇ ਹੈ। ਅਗਰ ਅਮੀਰ ਪਰਿਵਾਰ ਵਿੱਚ ਆ ਗਏ ਹੈ, ਉਹਦੇ ਉੱਤੇ ਉਸ ਅਮੀਰੀ ਦਾ ਵੀ ਕੋਈ ਅਸਰ ਨਹੀਂ ਹੁੰਦਾ ਗਾ। ਉਹ ਜਿਸ ਮਕਸਦ ਵਾਸਤੇ ਪਰਮਾਤਮਾ ਨੂੰ ਨੇ ਭੇਜਿਆ ਹੈ, ਉਹਨੂੰ ਸ਼ੁਰੂ ਤੋਂ ਹੀ ਗਿਆਨ ਹੁੰਦਾ ਹੈ। ਸਿਰਫ ਇੱਕ ਛੋਟਾ ਜਿਹਾ ਪਰਦਾ ਹੁੰਦਾ ਹੈ।
कुछ वक्त वास्ते। ये भी वो परमात्मा नूं पता हुंदा है कि किस वक्त तो लाउणा है। जद वो पूर्ण महात्मा की शरण दे विच ऐसी आत्मा आउंदी है, वो अखां चार हुंदियां ही पछाण लैंदी है। जिस तरह आपां जंगल च फिरदे होइए अचानक कोई अपना सज्जण आके प्रगट हो जावे, कितनी खुशी हुंदी है कि आपां भुल्ले भटके हुंदे हैं, प्यासे हुंदे हैं, उत्थे कोई अपना मिले तो कितनी खुशी हुंदी है बई कि अपने नूं पछाणांगे नहीं। मेरा ख्याल है असीं कह सकते असीं पछाण सकते हैं। ऐसी आत्मा दे जद भी वो सामने आउंदा है, ਉਹਨੂੰ ਉਸ ਦੀ ਪਛਾਣ ਕਰਨੀ ਕੋਈ ਮੁਸ਼ਕਿਲ ਨਹੀਂ ਹੁੰਦੀ ਗੀ। ਲਿਆ ਪਛਾਣ ਇਹ ਯਾਰ ਚਰੋਕਾ, ਘੁੱਟ ਗਲੇ ਨਾਲ ਲਾਇਆ ਕਿ ਅੱਜ ਦਾ ਨਹੀਂ, ਮੈਂ ਇਸ ਤੋਂ ਵਿਛੜ ਗਈ ਸੈਂ। ਇਸ ਵਾਸਤੇ जिस तरह माता बच्चे के अंदर प्यार पैदा करती है, पहला खुद प्यार करती है, उहदे नाल बच्चे के अंदर ममता जाग पैंदी है। मां अंदर तो पहला तो जागी हुंदी है। किस तरह जो माता बोली बोलती है, बच्चा उही बोलता है। जदों टुटिया फुटिया एक अद्धा लफ्ज बोलता है तो माता पड़ोस वालिਆਂ ਨੂੰ भी दसदी है, घर वालिਆਂ ਨੂੰ अज इहने आ लफ्ज बोलिया। जिस तरह कोई विदेश दे विचों प्रेमी आ जाए, वो साडे पास रहन लग जाए, वो अपने देश दीयां अच्छियां गल्लां करे कि उत्थे ये सहूलतां हन, ये उत्थे फायदा है, आपां ओहदियां गल्लां ते एतवार कर लैंदे हैं, ਉਹਦੇ ਨਾਲ जाण ਨੂੰ ਤਿਆਰ हो जाते हैं। वो मुल्क तो नहीं देखा हुंदा। इस तरह वो परमात्मा इंसानी लेवल ते आउंदा है। जद आउंदा है, वो जिस मुल्क चों आउंदा है, वो साडे विच साडे वर्गा बन के रहिंदा है, पर वो गल्लां उत्थों दीयां ही करदा है। जदों भी जाओ वो उस मुल्क दीयां गल्लां करदा है कि उत्थे बई आ दुनिया जिहड़ी है ये दुखां दी है। तुसी निगाह मार के देख लो, कोई दुख बयान किए जा सकते हैं। किसी नूं कर्जे दा दुख है, किसी नूं देण दा दुख है, कि लैण दा दुख है, किसी दे बेटे नहीं वो तड़फदा फिरदा है, किसी दा बच्चा है कहे नहीं लगदा वो तड़फदा फिरदा है, किसी का जवान लड़का गुजर जाता है वो बेचारा तड़फदा फिरदा है। उन्होंने पुछो तुसी जिहदा जवान बच्चा गुजर जाता है कि रात नूं नींद आउंदी है, किसी दी पत्नी साथ छड्ड जाती है वो विलकदा है, किसी दा पति साथ छड्ड जाता है पत्नी विलकदी फिरदी है, कोई बीमारी दे हथों करा रहा है। तो इत्थे दुख ही दुख है, मुसीबतां ही मुसीबतां हन। इस वास्ते वो आके मालिक दा प्यारा साडे विच रह के उत्थों दी गल दसदा है कि भी देखो प्यारिओ, वो बड़ी शांति दा देश है जित्थों दे तुसी रहन वाले सीगे। उत्थे दिन नहीं, उत्थे रात नहीं, उत्थे चंद्रमा नहीं, सूरज नहीं, पौण नहीं, दुनिया दा पानी नहीं, उत्थे कोई वेद शास्त्रां दे झगड़े नहीं, उत्थे ये नहीं कि अज राजा ये है तो कल नूं कोई होर है, वो खुद मालिक है। इस वास्ते शांति का देश है। जिन्हां दे भाग अच्छे हुंदे हैं वो उस दी बात ते एतवार कर लेंदे हैं, ਉਹਦੇ साथ तैयार हो जाते हैं, वो साथ होके उन्हां दे घरे पहुंचांदा है। देख बई जो मैं तेनू गल्लां कहंदा सां वो सच है कि नहीं। इस वास्ते संत अभ्यास ते जोर दिंदे हैं।
तो संत सानू प्यार ਨਾਲ ਦੱਸਦੇ ਆ। मैं दस्या सी किसी संत ਦੀ ਬਾਣੀ ਲਓ कि सब ने आपदे गुरु ਨੂੰ ਸੋਹਣਾ ਕਿਹਾ है। गुरु अर्जन देव ने कहा सतगुरु ਨੂੰ ਸਭ ਕੋ ਦੇਖਦਾ ਜਿੱਤਾ है संसार। जिवें ਇਹ शब्द ਦੇ ਵਿੱਚ जो गुरमेल सिंह ने बोलिया है कि देखा तो शायद हर नज़र ने देखा, वो परमात्मा कृपाल ਨੂੰ देखा तो बहुत लोगों ने है। ਉਹਨੂੰ ਤੁਰਦੇ ਫਿਰਦੇ ਨੂੰ ਦੇਖਿਆ, ਗੱਲਾਂ ਕਰਦੇ ਨੂੰ ਦੇਖਿਆ, ਬਹਿੰਦੇ ਉੱਠਦੇ ਨੂੰ ਦੇਖਿਆ। ਇਸ ਵਾਸਤੇ ਦੇਖਿਆ ਤਾਂ ਸ਼ਾਇਦ ਹਰ ਨਜ਼ਰ ਨੇ ਦੇਖਿਆ, ਪਰ ਆਪੋ ਆਪਣੇ ਖਿਆਲ ਸੀ, ਪਰ ਖਿਆਲ ਤਾਂ ਆਪੋ ਆਪਣਾ ਸੀ। ਜਿਸਨੇ ਵੀ ਉਸ ਨੂੰ ਪਿਆਰ ਸੋ ਦੇਖਿਆ, ਗੁਰੂ ਅਰਜਨ ਦੇਵ ਨੇ ਕਹੇ ਸਤਿਗੁਰੂ ਨੂੰ ਸਭ ਕੋ ਦੇਖਦਾ ਜਿੱਤਾ ਹੈ ਸੰਸਾਰ। चिट्ठियां मुक्त न होवे जिचर शब्द न धरे प्यार। जिसने भी प्यार से, हुण जिन्हों प्यार होएगा वो आपदे प्यारे नूं की गुस्से कर देगा। मेरा ख्याल है मामूली भी दुनियावी दोस्त होवे आपां वो तो भी डरदे माड़ा काम नहीं कर देंगे। घर च आया होवे कहांगे ना बई मेहमान आया है। कि जे तुहाडा गुरु नाल सच्चा प्यार है कि तुसी विषे बकारां दी गंदगी च लिबड़ोगे, शराबां कबाबां दे विच लिबड़ोगे, कि उहदा कहा नहीं मन के भजन करोगे। जदों असीं सिमरन दे जरिए उहदे दस्से मुताबक 9 द्वारे खाली करके अखां पिछे जाने हैं, सूरज चंद्रमा सितारे लंघ के गुरु स्वरूप तक पहुंचते हैं। वो मनमोहनी मूर्त जो भी प्रेमी अंदर प्रगट करता है ਉਹਦਾ नमूना दुनिया च है नहीं गा। हुण बाहर देखते हैं वैसे संतां दा परमात्मा ने काफ़ी बचपने तो उन्हां नूं रूप दिता हुंदा है। बचपने तो ही दुनिया उस नूं देख के आकर्षित हुंदी रहिंदी है। जद बुजुर्ग हो जाते हैं फिर भी उन्हां दे अंदर कोई खास आकर्षण हुंदी है। लेकिन जे अंदरों जिन्हां ने देखते हैं जिन्हों मन मोहनी जिहड़ा कहंदा किसी ने नहीं देखा हमारे सतगुरु जैसा, तो गुरु अर्जन देव जी महाराज कहंदे कि सज्जन मुख अनूप अठे पैर निहाल सा। मेरे सज्जन दा गुरु दा इतना सोहना मुख है, मेरा दिल करदा है मैं 24 घंटे आपदे अगे देखदा ही रवां। कि तुहाडा दिल सोहनी चीज तो अक जाएगा? नहीं, ना भरे ना रजे, तो फिरदा किते हाल जे डिठा तां मन धरा पिया। वो कहंदा जदों अखां तो ओले हो जाता है उस वेले की है बौरा दी तरह हो जाना है। मैं कहता हूं जो मेरा प्यारा गुरु मेरे घर में आउंदा सीगा तो मैं अद्धा बौरा हुंदा सीगा। क्योंकि वो सन नहीं, कबीर साहब ने भी कहा कि जब तू आवे आंख में आंख झाप मोलूं कि हे प्यारिया तू तो इन्ना प्यारा खूबसूरत है, जे मेरी अख विच आवे तो मैं अख बंद कर ला, ना मैं देखा और को ना तुझे देखण दूं, ना तो मैं ही किसी की तरफ देखा। कि ऐसा आदमी किसी की तरफ अख भर के देख सकता है? ये देखेगा तो गुरु वेख के देखेगा, आत्मा ते नजर होएगी। ना मैं होर नूं देखा ना तैनूं उधर झाकण देवां। तो स्वामी जी ने भी कहा जब अंदर गए कि मेरे गुरु दा कोई स्वरूप देखे हो जाए हूर परंदरी। लोग हूरां दी सिफत करते हैं हालांकि देखिया नहीं। वो कहंदा भी जे देख लैण ते फिर मेरे गुरु नूं देखण आके। तो सब संतां ने जिन्हां ने उस अंदरों जाके देखा वो कहते हमारे प्यारे सतगुरु जैसा हमने ना कोई और देखा।
क्योंकि रूप नहीं, रंग नहीं, रूप नहीं, कोई भेख नहीं हुंदागा उस रूप का। ਅਸੀਂ ਅਸਤੂਲ ਦੇ ਵਿੱਚ ਬੈਠੇ ਹਾਂ, ਉਹ ਅਸਤੂਲ ਹੈ, ਇੱਥੇ ਵੀ ਉਹ ਸੋਹਣਾ ਹੈ। ਜਦ ਅਸਤੂਲ ਛੱਡ ਕੇ ਜਾਂਦੇ ਹਾਂ ਸੂਖਸ਼ਮ ਦੇ ਵਿੱਚ, ਉੱਥੇ ਉਹ ਸੂਖਸ਼ਮ ਰੂਪ ਧਾਰਦਾ ਹੈ। ਅਸਤੂਲ ਨਾਲੋਂ ਸੂਖਸ਼ਮ ਦੁਨੀਆ ਸੋਹਣੀ ਹੈ, ਉੱਥੇ ਹੋਰ ਸੋਹਣਾ ਹੈ, ਆਕਰਸ਼ਿਤ ਹੈ। ਕਾਰਨ ਜਾਣਿਆ ਤਾਂ ਉਹ ਸ਼ਬਦ ਰੂਪ ਹੈ ਜਿਹੜਾ ਬਿਆਨ ਤੋਂ ਬਾਹਰ ਹੈ। अगर बाहर भी किसी ने देखा उन्हें पता है कि की है, क्यों किसे किसे ते ऐसी संत मौज वरताउंदे है उस रूप की जिहड़ा उहदे काबिल होवे, जिन्हों उसकी भुख होवे। जैसे मैं कदे कदे अपने प्यारे सतगुरु की बात करता हुंदा है कि किस तरह जब मैं बात करन लग्या उन्हां दीयां किवें अखां चमकियां, किवें रोम रोम दे विचों उन्हां दे ਨੂਰ ਨਿਕਲਿਆ, ਪ੍ਰਕਾਸ਼ ਨਿਕਲਿਆ। ਉਹ ਤੇਜ ਝੱਲਿਆ ਨਹੀਂ ਜਾਂਦਾ ਸੀਗਾ। ਭਵਾ ਕਮਾਨ ਦੀ ਤਰ੍ਹਾਂ ਸਨ, ਅੱਖਾਂ ਸ਼ੇਰ ਦੀ ਤਰ੍ਹਾਂ ਸਨ। ਜਿਨ੍ਹਾਂ ਨੇ ਅੱਖਾਂ ਨਾਲ ਦੇਖਿਆ ਉਹ ਵੀ ਉਸ ਨੂੰ ਇਸ਼ਾਰਿਆਂ ਨਾਲ ਦੱਸਦੇ ਹੈ कि भाई इदू को होर कौन सोना है। तो जिस संत दी जिसने भी अंदर जाके देखा है वो ये सच्चाई नूं बयान करनों रह नहीं सकिया। सो थोड़े अगे कबीर साहब का छोटा जिहा शब्द है, प्यार न सुनो। बिरह और प्रेम शब्द 33वां कबीर साहब की शब्दावली भाग पहला, पन्ना नंबर 17। नारद साध सो अंतर नाही, नारद साध सो अंतर नाही, जो कोई साध सो अंतर राखे, सो नर नर के जाही। कबीर साहब सानू बड़े प्यार दे नाल समझाउंदे है। मैं उपर भी दस्सिया सी कि वो परमात्मा ही रूप धार के साडे इंसानां विच इंसान बन के आउंदा है। गुरु अर्जन देव ने भी कहा साध रूप अपना तन धारिया, क्योंकि ਉਹਦੇ बगैर सानू सोझ ही नहीं आ सकती। कबीर साहब कहते हैं तुसी नारद दे सूत्र पढ़ के देखो कि परमात्मा ਉਹਦੇ ਸਾਧ ਦੇ ਵਿੱਚ कोई अंतर नहीं गा। वो थोड़ी निरस्वार्थ सेवा करता है, वो थानू 24 घंटे उस परमात्मा दीयां गल्लां सुणाउंदा है। जिसका वो कोई सेवक तो मुआवजा नहीं मंगता, अगर मंगता है तो एक कोई भजन सिमरन दा कि भी मेरे पास आना है तो सच्ची भेटा यही है। बाकी जो कुछ भेटा है ये तो थानू पता है कि कार्यक्रम लंगर दे विच पै जांदा है, लंगर खा जाने हैं, लेकिन जिहड़ी साध दी भेटा है वो भजन सिमरन है। वो यही सेवक तो आस रखता है कि मेरे को आवे ते मेरे को अच्छी जी भेंट लियावे। कि असी सारे सोचते हैं अगर जाते हैं उत्थे घंटा गिट्टे दुखते हैं, गोडे दुखते हैं, ढूई दुखती है, ख्याल नहीं ठहरता जी। क्रोध आउंदा दसो जी, हुण जे भजन नहीं करोगे तो क्रोध ने तो आउणा ही होया। खाली जगह वेख के हरेक ही डेरा लाउंदा है। इस वास्ते आप प्यार ना कहते हैं कि ਉਹਦੇ ਵਿੱਚ और साधु दे विच अंत नहीं गा, अंतर नहीं हुंदागा। ਜਿਹੜਾ कोई दो समझदा है कि उसने तर जाएगा कि दो घोड़ियां ते चढ़ के बंदा कदे
ਮੰਜ਼ਿਲ ਤੇ ਪਹੁੰਚ ਜਾਏਗਾ। ਬੁੱਲੇ ਸ਼ਾਹ ਨੇ ਵੀ ਕਿਹਾ ਸੀ, ਇੱਧਰ ਗੁਰੂ ਦਾ ਦੁਆਰਾ, ਉਧਰ ਮੱਝਾਂ ਦਾ ਅਖਾੜਾ, ਤੂੰ ਪੈਰ ਟਕਾ ਲਾ ਇੱਕ ਪਾਸੇ। ਦੋ ਬੇੜੀਆਂ ਵਾਲਾ ਡੁੱਬ ਮਰਦਾ, ਤੂੰ ਪੈਰ ਲਗਨ ਲਗਾ ਲਾ ਇੱਕ ਪਾਸੇ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਗੁਰੂ ਮਿਲ ਗਿਆ ਖੋਜ ਸਾਡੀ ਮੁੱਕ ਗਈ ਹੈ। ਨਾ ਮਿਲ ਗਿਆ ਤੁਸੀਂ ਪੱਕੇ ਵਿਸ਼ਵਾਸ ਦੇ ਨਾਲ ਉਸ ਦੇ ਬੇੜੇ ਤੇ ਚੜ ਜਾਓ, ਸਵਾਰ ਹੋ ਜਾਓ ਜੀ। ਜੋ ਕੋਈ ਸਾਧ ਸੋ ਅੰਤਰ ਰਾਖੇ, ਸੋ ਨਰ ਨਰ ਕੇ ਜਾਹੀ। ਇਹ ਬੜੀ ਇੱਕ ਸੋਚਣ ਦੀ ਗੱਲ ਹੈ। ਅਸੀਂ ਇਹ ਸੋਚਦੇ ਹਾਂ ਕਿ ਜਿਹੜੇ ਪਿਛਲੇ ਵਕਤਾਂ ਦੇ ਵਿੱਚ ਮਹਾਤਮਾ ਹੋਏ ਹੈ ਉਹ ਤਾਂ ਠੀਕ ਸਨ, ਲੇਕਿਨ ਜਿਹੜੇ ਅੱਜ ਦੇ ਹੈ ਇਹ ਠੀਕ ਨਹੀਂ। ਇਹੀ ਅੰਤਰ ਹੁੰਦਾ ਸਾਡੇ ਵਿੱਚ, ਕਿਉਂਕਿ ਅਸੀਂ ਜਿੱਥੇ ਵੀ ਪੈਦਾ ਹੁੰਦੇ ਹਾਂ ਉੱਥੇ ਕਿਸੇ ਨਾ ਕਿਸੇ ਨੂੰ ਤਾਂ ਅਸੀਂ ਮੰਨਦੇ ਹੀ ਹੁੰਦੇ ਹਾਂ, ਸਮਾਜਿਕ ਲੋਕ, ਸਾਡੇ ਮਾਤਾ ਪਿਤਾ। ਸਾਡਾ ਬਚਪਨੇ ਤੋਂ ਉਹ ਦਿਮਾਗ ਭਰ ਜਾਂਦਾ ਹੈ ਉਹਨਾਂ ਗੱਲਾਂ ਨਾਲ। ਜਦੋਂ ਕੋਈ ਮਾਲਕ ਦਾ ਪਿਆਰਾ ਮਿਲਦਾ ਹੈ ਉਦੋਂ ਅਸੀਂ ਫਿਰ ਸੋਚਦੇ ਹਾਂ, ਨਹੀਂ ਉਹ ਜਿਹੜਾ ਸੀ ਉਹ ਸੰਤ ਠੀਕ ਸੀ, ਹਾਲਾਂਕਿ ਨਾ ਸਾਡੇ ਪਿਤਾ ਨੇ ਦੇਖਿਆ ਨਾ ਦਾਦੇ ਪੜਦਾਦੇ ਨੇ ਦੇਖਿਆ ਹੁੰਦਾ ਹੈ। ਸੁਣੀ ਕਿ ਟੇਕ ਬੰਨੀ ਪੋਥਨ ਮੇ ਸਵਾਮੀ ਜੀ ਕਹਿੰਦੇ ਹੈ, ਪੋਥੀਆਂ ਵਿੱਚ ਮਹਿਮਾ ਸੁਣੀ, ਪੋਥਨ ਮੇ ਸੁਣੀ ਉਨਕੀ ਮਹਿਮਾ, ਟੇਕ ਬਾਦ ਚਿੱਤ ਸਭ ਕਾ ਭਰਮਾ। ਚਿੱਤ ਫੇਰ ਦਿਲ ਉਹਨਾਂ ਦਾ ਭਰਮ ਵਿੱਚ ਹੈ, ਤਸੱਲੀ ਫੇਰ ਨਹੀਂ। ਤੁਸੀਂ ਦੇਖ ਲਓ ਕਿ ਅੱਜ ਬੱਚਾ ਕਹੇ ਜਿਹੜੀਆਂ ਪਹਿਲੀਆਂ ਮਾਤਾ ਸਨ ਉਹੀ ਚੰਗੀਆਂ ਸਨ, ਮੈਂ ਤੇ ਇਹਦਾ ਦੁੱਧ ਹੀ ਨਹੀਂ ਪੀਂਦਾ ਗਾ। ਕੀ ਉਹਦੀ ਪਰਵਿਸ਼ ਹੋ ਜਾਏਗੀ, ਕੀ ਉਹ ਬਹਾਲ ਹੋ ਜਾਏਗਾ, ਕੀ ਤਕੜਾ ਹੋ ਜਾਏਗਾ, ਤੜਫ ਕੇ ਮਰੇਗਾ। ਇਹੀ ਹਾਲਤ ਸਾਡੀ ਹੈ। ਜਿਸ ਤਰ੍ਹਾਂ ਵਕਤ ਦੇ ਮਾਤਾ ਪਿਤਾ ਦੀ ਜ਼ਰੂਰਤ ਹੈ, ਇਸੇ ਤਰ੍ਹਾਂ ਵਕਤ ਦੇ ਮਹਾਤਮਾ ਦੀ ਵੀ ਜ਼ਰੂਰਤ ਹੈ। ਸਾਰੇ ਸੰਤ ਇੱਜ਼ਤ ਦੇ ਕਾਬਿਲ ਹੈ। ਗੁਰੂ ਨਾਨਕ ਕਹਿੰਦੇ ਹੈ ਕਿ ਸਭ ਗੁਰੂ ਪੀਰ ਹਮਾਰੇ। स्वामी जी महाराज भी कहते हैं, सबको करो प्रणाम जोड़ कर, ना समझो अपने सतगुर समसर। संतां दे दिलां 'च सब दी इज्जतां हुंदियां हन। तुसीं अज भी जाके उन्हां दे मंडल 'च पहुंचो, वक्त दे गुरु नूं मिलोगे तो तुसीं उन्हां दे मंडल 'च जाके उत्थे उन्हां संतां नूं भी मिलोगे। संत मंडल का ना ही बनास। जो संत मंडल 'च पहुंच जाते हैं, गुरु नानक कहण लगे उन्हां दा बनास नहीं हुंदागा, वो शब्द ही मिल जाते हैं। संत मंडल उहाँ का नाव, दुख अंधेरा नहीं तै थाओ। इस वास्ते आप कह लगे तुसी ये अंतर रख के भक्ति ना करो, तुसी ओही रूप समझ के भक्ति करो। इस वास्ते कबीर साहब बड़े पते की बात दसते हैं कि उन्हां वक्तां दे विच मूर्ति पूजा बड़ी सी, कबीर साहब की विरोधता बड़ी सी, पर फिर भी मालिक दे प्यारे सानू प्यार नाल समझाउंदे आ, अपना उपदेश देने लगे नतड़क हो जाते हैं जी। जो कोई साध सो अंतर राखे, सो नर नर के जाही। जागे साध तो मैं हूँ जागू, सो साध तो सो। कबीर साहब कहते मैं नहीं कहता, परमात्मा कह रहा मेरे विच। गुरु नानक ने भी कहा है कि ज्यों बुलावे त्यों नानक दास बोला है। तुसी भजन च पढ़ते हो, अजैब बोल रहा तू जिवें बुलाउना है। डोरी गुरु दे हथ विच हो जाती है जदों तुसी उहनूं प्रगट कर लेंदे हो। वो जिवें बुलाउंदा, जो नाच नचाउंदा है। साडे सतगुरु महाराज कृपाल ने यही महाराज सावण दे अगे खड़ के कहा सी कि जो नाच नचाओगे वो नचा जाएगा। चंगा तो यह सी कि तुसी शरीर जी रहिंदे। सो इस वास्ते कहण लगे
कबीर साहब कहते मैं नहीं कहता, वो परमात्मा कहता है। जे साधु जागदा है क्योंकि उत्थे वो प्रगट है, तो मैं भी जागदा है। जे सौ जाता है तो मैं भी उहदे नाल ही सुता हुंदा है, क्योंकि ओहदा हो गया, सुता भी हो गया साधु, जागदा भी हो गया जी। जागे साध तो मैं हूँ जागूं, सोए साध तो सोऊं। जो कोई मेरे साध दुखावे, जरा मूल से खोऊं। साधु किसी ਨੂੰ ਸਰਾਪ ਨਹੀਂ ਦਿੰਦਾ। ਅੱਜ ਤਾਈਂ ਤੁਸੀਂ ਦੇਖ ਲਓ, ਗੁਰੂ ਅਰਜਨ ਦੇਵ ਜੀ ਨੂੰ ਤੱਤੇ ਤਵਿਆਂ ਤੇ ਬਿਠਾ ਦਿੱਤਾ, ਗੈਰ ਮਨੁੱਖੀ ਤਸੀਹੇ ਦੇ ਦਿੱਤੇ, ਉਬਲਦੀ ਦੇਗ 'ਚ ਬਿਠਾ ਦਿੱਤਾ, ਗਰਮ ਰੇਤਾ ਸਿਰ ਵਿੱਚ ਪਾ ਦਿੱਤਾ, ਫਿਰ ਵੀ ਉਹਨਾਂ ਨੇ ਬਦ ਦੁਆ ਨਹੀਂ ਲਿਖੀ। ਫਿਰ ਵੀ ਪਰਮਾਤਮਾ ਨੂੰ ਇਹੀ ਕਿਹਾ, ਤੇਰਾ ਭਾਣਾ ਮੀਠਾ ਲੱਗੇ, ਕਿ ਜੋ ਤੁਸੀਂ ਕਰ ਰਹੇ ਹੋ ਮਿੱਠਾ ਲੱਗਦਾ ਹੈ। ਜਦੋਂ ਕ੍ਰਿਸ਼ਟ ਨੂੰ ਕੰਡਿਆਂ ਦਾ ਤਾਜ ਪਹਿਨਾ ਕੇ ਸੂਲੀ ਤੇ ਚੜਾਉਣ ਲੱਗੇ ਤਾਂ ਉਹਨਾਂ ਨੇ ਉਹੀ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਕਿ ਹੇ ਪ੍ਰਮਾਤਮਾ ਤੂੰ ਇਹਨਾਂ ਨੂੰ ਬਖਸ਼ ਦੇ। ਇਹਨਾਂ ਨੂੰ ਪਤਾ ਨਹੀਂਗਾ, ਅਸੀਂ ਲੋਕ ਸੰਤਾਂ ਨੂੰ ਕਸ਼ਟ ਦਿੰਦੇ ਆ, ਸੰਤ ਫਿਰ ਵੀ ਸਾਡੇ ਵਾਸਤੇ ਪ੍ਰਾਰਥਨਾ ਕਰਦੇ ਆ ਕਿ ਇਹਨਾਂ ਵਿਚਾਰਿਆਂ ਨੂੰ ਪਤਾ ਨਹੀਂ, ਤੂੰ ਬਖਸ਼ ਦੇ। आज तक किसी इतिहास च ऐसा नहीं किसी संत ने किसी को बद दुआ दी हो गई। हाँ, जेड़े बर्म तक पहुंचे होंगे है, जिवें बाबा बिशन दास की कहानियां दसदा हुंदा है, उत्थों तक पहुंचे वो जरूर बद दुआ देंदे है और वर भी देंदे है। वो सब कुछ साबित हुंदा भी देखिया है। लेकिन सचखंड पहुंचा साधु कदे किसी नूं बद दुआ नहीं देवेगा, हाँ वर जरूर देंदे है जी। जो कोई मेरे साध दुखावे, जरा मूल से खोऊं। जहाँ साध मेरो जश गावे, तहाँ करो मैं बासा। जिथे साधु मेरा जस गाउंदा, भावें उस समुंदर दे विच है, भावें वो पहाड़ दी चोटी ते है, भावें होर जंगल बियाबान दे विच है। ये नहीं कि सोने दे मंदिर विच ही परमात्मा आउंदा है, वो चंगे पत्थर के मंदिर च ही आउंदा है। कहंदा नहीं बई, जिथे मेरा साधु जावे, जिथे मेरा जस गाउंदा है, मैं होर सारा कुछ छड्ड के उत्थे जाना है जी। जहाँ साध मेरो जश गावे, तहाँ करो मैं बासा। साध चले आगे उठता मोहे साध की आसा। कहते जब वो उथों चलिया जाता है, मैं उदों पहले तुर जाना है। वडियाई का कौन ही भुखा भैया, बच्चे की वडियाई करिए तो बच्चा खुश हो जाता है, तो भगत आपदे प्यारे नूं वडियाउंदे है, वो भी आ जाता है अपनी महिमा सुनने वास्ते। ये भी उहदे विच एक गुण हुंदा है, जिथे उहदा कोई भगत जश गाउंदा है। जश का मतलब ये नहीं कि वह किसी गुजरे हुए राजे महाराजा दी कथा कहानियां सानू सुणाउंदा है कि राम इस तरह होया, कृष्ण इस तरह होया, उन्हें उसनूं मारिया, उन्हें उसनूं ये कीता। महाराज कृपाल कहंदे हुंदे सी कि अवतार हर युग के अंत में आउंदा है, वो दुष्टां दा नाश करन वास्ते आउंदा है।
ਸੰਤ ਨਿਤ ਅਵਤਾਰ ਹੈ। ਇਹ ਆਉਂਦੇ ਹੈ ਦੁਸ਼ਟਾਂ ਦਾ ਸੁਧਾਰ ਕਰਨ ਵਾਸਤੇ। ਇਹਨਾਂ ਦੋਨਾਂ ਦੇ ਵਿੱਚ ਬੜਾ ਅੰਤਰ ਹੁੰਦਾ ਹੈ। ਮਹਾਰਾਜ ਸਾਵਣ ਸਿੰਘ ਜਦ ਕਾਂਗੜੇ ਦੀ ਤਰਫ ਪਹਾੜੀ ਦੇ ਵਿੱਚ ਜਾ ਰਹੇ ਸੀ, ਉੱਥੇ ਉਹਨਾਂ ਨੂੰ ਇੱਕ ਭਗਵੇਂ ਕੱਪੜਿਆਂ ਵਾਲਾ ਸਾਧੂ ਮਿਲਿਆ। ਉਹਨਾਂ ਨਾਲੋਂ ਬੜਾ ਹੀ ਪਿਆਰ ਕਰਕੇ ਮਿਲੇ, ਗਲੇ ਲੱਗ ਕੇ। ਜਿਹੜੀ ਲੜਕੀ ਉਹਨਾਂ ਦਾ ਖਾਣਾ ਬੀਬੀ ਲਾਜੋ ਬਣਾਉਂਦੀ ਸੀਗੀ, ਇਹ ਉਹਨਾਂ ਨੇ ਦੱਸਿਆ ਸੀ। ਉਹ ਕਹਿਣ ਲੱਗੀ ਕਿ ਐਂ ਤੁਸੀਂ ਮਿਲੇ ਜਿਵੇਂ ਪਹਿਲਾਂ ਤੋਂ ਵਾਕਫ ਹੁੰਦੇ ਹੈ। ਮਹਾਰਾਜ ਕਹਿੰਦੇ ਹਾਂ, ਅਸੀਂ ਪਹਿਲਾਂ ਚਿਰਾਂ ਦੇ ਵਾਕਫ ਹੈ, ਪਿਛਲੇ ਵਾਕਫ ਹੈ। ਇਹਨੂੰ ਬੜੀ ਤਾਕਤ ਹੈ, ਅਗਰ ਕਿਸੇ ਨਾਲ ਅੱਖ ਮਿਲਾਵੇ ਤੇ ਸਿੱਧਾ ਸੱਚਖੰਡ ਲਿਜਾ ਸਕਦਾ ਹੈ। ਤੋ ਸਾਨੂੰ ਹੁਕਮ ਹੈ ਕਿ ਤੁਸੀਂ ਜੀਵਾਂ ਨੂੰ ਸਮਝਾਓ, ਸਤਸੰਗ ਸੁਣਾ ਕੇ ਲਿਆਓ। ਕਿਉਂਕਿ ਜੀਵਾਂ ਨੂੰ ਜਿਹੜਾ ਸਮਝਾ ਕੇ ਸਤਸੰਗ ਦੇ ਜ਼ਰੀਏ ਕਿੰਨੇ ਜੀਵ ਜਾ ਵੜਦੇ ਹੈ। ਇਹ ਜਿਹੇ ਸਾਧੂ ਜਿਹੜੇ ਹੁੰਦੇ ਆ, ਮਹਾਰਾਜ ਕਹਿਣ ਲੱਗੇ, ਇਹ ਘੱਟ ਹੀ ਕਿਸੇ ਨਾਲ ਅੱਖ ਮਿਲਾਉਂਦੇ ਹੈ। ਇਹ ਦੁਨੀਆ ਜੀ ਨਹੀਂ ਜਾਂਦੇ, ਦੁਨੀਆ ਤੋਂ ਕਿਨਾਰਾ ਹੀ ਰੱਖਦੇ ਹੈ। ਇਸ ਵਾਸਤੇ ਆਪ ਕਹਿਣ ਲੱਗੇ, ਸਾਧ ਚਲੇ ਆਗੇ ਉਠਤਾਉ ਮੋਹ ਸਾਧ। ਪਰਮਾਤਮਾ ਕਹਿੰਦਾ ਹੈ ਕਿ ਸਾਧੂ ਜਾਂਦੇ ਹੈ ਤੇ ਮੈਂ ਪਹਿਲਾਂ ਉੱਠ ਜਾਂਦਾ ਹੈ। ਮੈਨੂੰ ਆਸ ਹੈ ਉਸ ਦੀ ਕਿ ਇਹ ਮੇਰੇ ਨਾਲ ਮੇਰੇ ਪਿਆਰੀਆਂ ਆਤਮਾ ਨੂੰ ਜੋੜੇਗਾ, ਮੇਰੇ ਬੱਚਿਆਂ ਨੂੰ ਲਿਆਵੇਗਾ ਘਰੇ ਭੁੱਲਿਆਂ ਨੂੰ। ਤੁਸੀਂ ਦੇਖ ਲਓ, ਤੁਹਾਡਾ ਬੱਚਾ ਘਰੋਂ ਰੁੱਸ ਕੇ ਚਲਿਆ ਜਾਵੇ, ਅਣਜਾਣੇ 'ਚ ਘਰ ਛੱਡ ਜਾਵੇ, ਤੁਸੀਂ ਕਿਸੇ ਦਾ ਸਹਾਰਾ ਲੈਂਦੇ ਹੋ ਬਈ ਉਹਨੂੰ ਮਨਾ ਕੇ ਲਿਆਓ, ਭਾਲ ਕੇ ਲਿਆਓ। ਅਖਬਾਰਾਂ 'ਚ ਕੱਢਦੇ ਹੈ ਕਿ ਤੇਰੀ ਮੰਮੀ ਬਿਮਾਰ ਹੈ, ਤੇਰਾ ਡੈਡੀ ਬਿਮਾਰ ਹੈ, ਜੇ ਖੁਦ ਪੜ੍ਹੇ ਤਾਂ ਉਹ ਆ ਜਾਏ ਕਰੇ। ਜਦ ਦੁਨਿਆਵੀ ਮਾਤਾ ਪਿਤਾ ਇੰਨਾ ਕੁਛ ਕਰਦੇ ਹੈ ਤੇ ਉਹ ਪਰਮਾਤਮਾ ਤਾਂ ਹਜ਼ਾरों ਮਾਤਾ ਪਿਤਾ ਜੈਸਾ ਸਾਡੇ ਵਾਸਤੇ ਪਿਆਰ ਰੱਖਦਾ ਹੈ। ਸਾਡੀ ਆਤਮਾ ਉਹਦੀ ਬੱਚੀ ਹੈ। ਇਸ ਵਾਸਤੇ ਉਹ ਵੀ ਆਪਣੇ ਪਿਆਰੇ ਸਾਧੂਆਂ ਨੂੰ ਭੇਜਦਾ ਵੀ ਤੁਸੀਂ ਉਹਨਾਂ ਨੂੰ ਸਮਝਾ ਕੇ ਘਰੇ ਲਿਆਓ, ਉਹਨਾਂ ਨੂੰ ਦੱਸੋ। ਆ ਹੁਣ ਸਮਝਾਉਣ ਵਾਸਤੇ ਸੰਤ ਸਤਸੰਗ ਦਿਨ ਰਾਤ ਕਰਦੇ ਹੈ। ਬਈ ਤੁਹਾਡਾ ਘਰ ਹੋ ਰਿਹਾ ਹੈ, ਤੁਹਾਡਾ ਪਿਤਾ ਤੁਹਾਨੂੰ ਯਾਦ ਕਰ ਰਿਹਾ ਹੈ ਜੀ। ਸਾਧ ਚਲੇ ਆਗੇ ਉਠਤਾਉ ਮੋਹੇ ਸਾਧ ਕੀ ਆਸਾ। ਮਾਇਆ ਮੇਰੀ ਅਰਧ ਸਰੀਰੀ ਓ ਭਗਤਨ ਕੀ ਦਾਸੀ। 68 ਤੀਰਥ ਸਾਧ ਕੇ ਚਰਨਨ ਕੋਟ ਗਿਆ ਔਰ ਕਾਸੀ। ਬੜਾ ਪਿਆਰ ਨਾਲ ਕਹਿੰਦੇ ਹੈ, ਜਿਹੜੀ ਮਾਇਆ ਹੈ ਇਹ ਵੀ ਇੱਕ ਮੇਰਾ ਹੀ ਅੰਗ ਹੈ। ਇਹਨੂੰ ਹੁਕਮ ਹੈ ਤੂੰ ਜਾ ਕੇ ਸਾਧਾਂ ਦੀ ਸੇਵਾ ਕਰ, ਜੇ ਤੂੰ ਪਵਿੱਤਰ ਹੋਣਾ ਹੈ ਤਾਂ। ਇਸ ਵਾਸਤੇ ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀਗੇ ਕਿ ਮਾਇਆ ਜਿਹੜੀ ਹੈ ਉਹ ਸੰਤਾਂ ਦੇ ਦਰਬਾਰ ਵਿੱਚ ਠੋਕਰਾਂ ਖਾਂਦੀ ਹੈ, ਫਿਰਦੀ ਹੈ, ਉਹ ਅੰਗੀਕਾਰ ਨਹੀਂ ਕਰਦੇ। ਤੁਸੀਂ ਦੇਖ ਲਿਆ ਕਰੋ, ਮੈਂ ਉੱਥੇ ਹੁੰਨਾ ਹੈ, ਕਈ ਪ੍ਰੇਮੀ ਕਾਫੀ ਤਹੀ ਚੱਕ ਕੇ ਲਿਆਉਂਦੇ ਹੈ ਜੀ, ਅੰਗੀਕਾਰ ਕਰੋ, ਨਾਲੇ ਮਿੰਨਤਾਂ ਕਰਦੇ ਆ। ਤੋ ਜੇ ਭਗਵਾਨ ਦੇ ਦਰਬਾਰ ਮਾਇਆ ਗਈ, ਮਹਾਰਾਜ ਕਿਰਪਾਲ ਦੱਸਦੇ ਹੁੰਦੇ, ਨਾਲ ਹੱਸਦੇ ਹੁੰਦੇ ਸੀਗੇ। ਮੱਥਾ ਉਚੜਿਆ ਹੋਇਆ ਸੀ, ਗਿੱਚੀ ਦੇ ਵਾਲ ਹੈ ਨਹੀਂ ਸਨ। ਤੇਰੀ ਇਹ ਕੀ ਹਾਲਤ ਹੈ ਕਿ ਮੈਂ ਸੰਤਾਂ ਦੇ ਦਰਬਾਰ 'ਚ ਨੱਕ ਰਗੜਦੀ ਹਾਂ ਕਿ ਤੁਸੀਂ ਲਓ ਕਿਸੇ ਦੀ ਤਾਂ ਸੇਵਾ 'ਚ ਜਿੱਥੇ ਤੁਸੀਂ ਚਾਹੋ ਉੱਥੇ ਲਾ ਦਿਓ। ਤੁਸੀਂ ਜਿਹੜੇ ਗਰੀਬ ਦੀ ਚਾਹੋ ਕਰ ਲਓ ਮਦਦ। ਤੋ ਦੁਨੀਆਦਾਰ
ਮੇਰੇ ਮਗਰ ਫਿਰਦੇ ਹੈ, ਉਹਨਾਂ ਦੇ ਮੈਂ ਹੱਥ ਨਹੀਂ ਆਉਂਦੀ। ਦੁਨੀਆਦਾਰਾਂ ਨੇ ਮੇਰੇ ਖਿੱਚ ਖਿੱਚ ਕੇ ਜਿਹੜੇ ਵਾਲ ਹੈ ਇਹ ਪੁੱਟ ਦਿੱਤੇ ਹੈ। ਤੋ ਸੰਤਾਂ ਦੇ ਦਰਬਾਰ 'ਚ ਮੈਂ ਮੱਥਾ ਘਸਾ ਘਸਾ ਕੇ ਰਗੜ ਕੇ ਆਪਦੇ ਚਟਾਕ ਪਾ ਲਏ ਹੈ। ਕਬੀਰ ਸਾਹਿਬ ਕਹਿੰਦੇ ਸਾਧੂ ਕੇ ਠਾਢੀ ਦਰਬਾਰ ਸਰਨ ਤੇਰੀ ਮੋਹ ਕੋ ਨਸਤਾਰ। ਸਾਧੂ ਦੇ ਦਰਬਾਰ ਦੇ ਵਿੱਚ ਆ ਕੇ ਕੀ ਕਰਦੀ ਹੈ? ਮੱਥਾ ਟੇਕਦੀ ਹੈ ਕਿ ਮੈਨੂੰ ਵੀ ਤਾਰ, ਮੈਨੂੰ ਵੀ ਤੂੰ ਪਵਿੱਤਰ ਕਰ ਦੇ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਜਿਹੜੇ ਅਸੀਂ ਮਾਇਆ ਤਜ ਦਿੰਦੇ ਹੈ ਉਹ ਬਾਹਰੋਂ ਹੀ ਤਜਦੇ ਹੈ। ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਦਾਨ ਕਰੋ, ਤਾਂ ਦਾਨ ਦਾ ਤਾਂ ਹਰ ਇੱਕ ਨੂੰ ਹੀ ਹੱਕ ਹੁੰਦਾ ਵੀ ਕਰੇ, ਕਿ ਸੰਤ ਨੂੰ ਹੁਕਮ ਨਹੀਂਗਾ ਵੀ ਦਾਨ ਉਹ ਵੀ ਕਰੇ। ਇਸੇ ਵਾਸਤੇ ਗੁਰੂ ਨਾਨਕ ਨੇ ਕਿਹਾ ਹੈ ਗੁਰੂ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨ ਲੱਗੀ ਪਾਏ। ਕਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਗੁਰੂ ਪੀਰ ਤਦ ਉਹ ਪ੍ਰਮਾਤਮਾ ਬੂਹਾ ਖੋਲਦਾ ਹੈ, ਉਹਨੂੰ ਇਹ ਪਦਵੀ ਦਿੰਦਾ ਹੈ ਆਪਣਾ ਦਸਾਂ ਨੋਹਾਂ ਦੀ ਕਿਰਤ ਕਰੇ, ਉਸ ਚੋਂ ਵੀ ਕਿਸੇ ਗਰੀਬ ਦੀ ਮਦਦ ਕਰੇ, ਲੰਗਰ ਚ ਪਾਵੇ। ਇਹ ਨਹੀਂ ਵੀ ਉਸ ਨੂੰ ਆਪ ਕਮਾ ਕੇ ਤੇ ਆਪ ਹੀ ਡੁਕਾਰ ਲਏ। ਮਹਾਰਾਜ ਸਾਵਣ ਸਿੰਘ ਨੇ ਇੱਕ ਦਿਨ ਬੁਢਾਪੇ ਜਾਣ ਤੋਂ ਕੁਝ ਦਿਨ ਪਹਿਲਾਂ ਫਰੀ ਸੰਗਤ ਦੇ ਵਿੱਚ ਕਹਾਇਆ ਸੀ। ਮਹਾਰਾਜ ਕਿਰਪਾਲ ਦੱਸਦੇ ਹੁੰਦੇ ਬਈ ਜੇ ਕਿਸੇ ਨੇ ਮੈਥੋਂ ਲੈਣਾ ਦੇਣਾ ਹੈ, ਜੇ ਮੈਂ ਲੈਣਾ ਹੈ ਤਾਂ ਮੇਰਾ ਛੱਡਿਆ ਹੈ। ਕਿਸੇ ਨੇ ਅਣਜਾਣੇ 'ਚ ਜੇ ਮੈਥੋਂ ਲੈਣਾ ਹੋਵੇ ਤੇ ਉਹ ਖੜਾ ਹੋ ਕੇ ਦੱਸ ਸਕਦਾ ਹੈ। ਸੰਗਤ ਮੈਥੋਂ ਹਿਸਾਬ ਲੈ ਸਕਦੀ ਹੈ, ਮੈਂ ਸੰਗਤ ਦੀ ਜਾਂ ਕਾਰ ਵਰਤੀ ਹੈ ਕਿ ਸੰਗਤ ਦੇ ਕੰਮ ਵਿੱਚ, ਜਾਂ ਮੈਂ ਇਹਨਾਂ ਦੀ ਸਬਜ਼ੀ ਖਾਧੀ ਹੈ। ਪਿਆਰਿਓ, ਸੰਤ ਦਾ ਜੀਵਨ ਇੱਕ ਨਮੂਨਾ ਹੁੰਦਾ ਹੈ। ਉਹ ਇੱਕ ਨਮੂਨੇ ਦੀ ਜ਼ਿੰਦਗੀ ਬਿਤਾਉਂਦਾ ਹੈ ਖੁਦ ਇੱਕ। ਨਹੀਂ ਤਾਂ ਤੁਸੀਂ ਦੇਖ ਲਓ ਕਿ ਉਹ ਵੀ ਦਿਨ ਰਾਤ ਗੁਰੂ ਨਾਨਕ ਨੇ ਖੇਤੀ ਕਰੀ, ਕਬੀਰ ਸਾਹਿਬ ਨੇ ਤਾਣਾ ਉਣਿਆ, ਰਵਿਦਾਸ ਨੇ ਜੁੱਤੀਆਂ ਗੱਠੀਆਂ, ਮਹਾਰਾਜ ਸਾਵਣ ਸਿੰਘ ਆਪਣੀ ਪੈਨਸ਼ਨ 'ਚ ਵੀ ਗੁਜ਼ਾਰਾ ਕਰਦੇ, ਖੇਤੀ ਕਰਾਉਂਦੇ ਰਹੇ। ਮੈਂ ਖੁਦ ਦਾਤੀ ਨਾਲ ਉਹਨਾਂ ਦੇ ਖੇਤ ਵਿੱਚ ਕਣਕ ਵੱਢਦਾ ਰਿਹਾ ਹਾਂ, ਕਮਾਦ ਛਿਲਦੇ ਰਹੇ ਹਾਂ। ਉਹ ਖੁਦ ਸਾਡੇ ਕੋਲ ਖੇਤ ਦੇ ਵਿੱਚ ਆਉਂਦੇ ਹੁੰਦੇ ਸਨ। ਇਸੇ ਤਰ੍ਹਾਂ ਪ੍ਰਮਾਤਮਾ ਕਿਰਪਾਲ ਆਪਣੀ ਪੈਨਸ਼ਨ ਦੇ ਵਿੱਚ, ਕਿਉਂਕਿ ਸੰਤ ਖਰਚਾ ਘਟਾ ਲੈਂਦੇ ਹੈ। ਬਹੁਤ ਆਦਮੀ ਇਹ ਕਹਿਣਗੇ ਪੈਨਸ਼ਨ ਤਾਂ ਸਾਨੂੰ ਕਈ ਹਜ਼ਾਰ ਆਉਂਦਾ ਹੈ, ਇਹਦੇ ਨਾਲ ਘਰ ਦਾ ਖਰਚਾ ਨਹੀਂ ਚੱਲਦਾਗਾ। ਉਹ ਪਿਆਰਿਓ, ਸਾਡੇ ਖਰਚੇ ਵਧਾਏ ਹੋਏ ਆ। ਤੁਸੀਂ ਸੰਤਾਂ ਨਾਲ ਕਦੇ ਜਾ ਕੇ ਬਾਥਰੂਮ ਦੇਖ ਲਓ, ਉੱਥੇ ਇੱਕ ਮਾਮੂਲੀ ਜਿਹਾ ਬੱਠਲ ਪਿਆ ਹੋਏਗਾ ਤੇ ਇੱਕ ਸਾਬਣ ਹੋਏਗੀ। ਤਾਂ ਦੁਨੀਆਦਾਰਾਂ ਦੇ ਵੀ ਜਾ ਕੇ ਬਾਥਰੂਮ ਤੁਸੀਂ ਦੇਖੋ, ਤਾਂ ਸੰਤਾਂ ਦੇ ਖਰਚੇ ਘਟਾਏ ਹੁੰਦੇ ਆ। ਸ਼ੁਰੂ ਦੇ ਵਿੱਚ ਦਿੱਲੀ ਤੋਂ ਉੱਥੇ ਮੇਰੇ ਕੋਲ ਜਾਂਦੇ ਹੁੰਦੇ, ਜਾ ਕੇ ਪਹਿਲਾਂ ਬਾਥਰੂਮ ਦੇਖਣਾ ਤੇ ਉੱਥੇ ਬਾਥਰੂਮ ਦੇ ਵਿੱਚ ਕੀ ਹੋਣਾ ਸੀਗਾ, ਹੁਣ ਹਟ ਗਏ। ਤਾਂ ਮੇਰਾ ਕਹਿਣ ਦਾ ਭਾਵ ਇਹ ਹੁੰਦਾ ਵੀ ਪਿਆਰਿਓ, ਸੰਤਾਂ ਦਾ ਤਾਂ ਬਹੁਤ ਖਰਚਾ ਘਟਾਇਆ ਹੁੰਦਾ ਹੈ। ਕੱਪੜੇ ਹੈ, ਤੁਸੀਂ ਇੱਕ ਵਾਰੀ 5-7 ਸੂਟ ਬਣਾ ਲਓ, ਤੁਹਾਥੋਂ 10 ਸਾਲ ਨਹੀਂ ਮੁੱਕਣੇ। ਸੋ ਇਸ ਵਾਸਤੇ ਹੈ ਉਹਨਾਂ ਦੇ ਖਰਚੇ ਘਟਾਏ ਹੁੰਦੇ ਹੈ। ਤੋ ਆਪ ਪਿਆਰ ਨਾਲ ਕਹਿੰਦੇ ਹੈ 68 ਤੀਰਥ। ਫਿਰ ਅਸੀਂ ਤੀਰਥਾਂ ਤੇ ਫਿਰਦੇ ਹਾਂ। ਕਿੰਨੀ ਦੂਰ, ਕਿੱਥੇ ਮੱਕਾ ਹੈ, ਕਿੱਥੇ ਅਮਰਨਾਥ ਦੀ ਗੁਫਾ ਹੈ, ਕਿੱਥੇ ਵੈਸ਼ਨੋ ਦੇਵੀ ਦਾ ਮੰਦਿਰ ਹੈ, ਕਿੱਥੇ ਹਜੂਰ ਸਾਹਿਬ। ਇੱਧਰ ਤੋਂ ਪੰਜਾਬ ਚੋਂ ਲੋਕ ਕਿਸ ਤਰ੍ਹਾਂ ਯਾਤਰਾ ਪਵਿੱਤਰ ਕਰਦੇ ਹੈ। ਮੈਂ ਖੁਦ ਇਹ ਯਾਤਰਾ ਕੀਤੀਆਂ ਹਨ, ਕਿਉਂਕਿ ਪਿਆਰ ਜੀ ਦੀ ਖੋਜ ਹੋਵੇ ਤਾਂ ਉੱਥੇ ਕਰਨਾ ਪੈਂਦਾ ਪ੍ਰੇਮ ਨਾਲ। ਤੋ ਕਬੀਰ ਸਾਹਿਬ ਕਹਿੰਦੇ ਬਈ ਤੁਸੀਂ ਸਾਧ ਦੀ ਸੰਗਤ ਕਰ ਲਓ, ਉਹਦੇ ਚਰਨਾਂ 'ਚ ਮੱਥਾ ਟੇਕ ਲਓ, ਤੁਹਾਨੂੰ ਸਾਰੇ ਤੀਰਥਾਂ ਦਾ ਫਲ ਮਿਲ ਜਾਏਗਾ।
तीर्थ नात्या एक फल, साध मिले फल चार, सतगुरु मिले अनेक फल, ते कहे कबीर विचार। जी। 68 तीर्थ साध के चारणन, कोट गया और काशी, अंतर ध्यान नाम निज केरा, जिन भजया तिन पाई। जिन्हां ने सिमरन करके अंदर शब्द दे नाल जुड़ गए है, उन्हां ने उस परमात्मा नूं पा लिया है। औरत भी पा सकती है, बच्चा भी पा सकता है, बुढ़ा भी पा सकता है। पर महाराज कहते हुंदे सी, जे जवानी दे वक्त साडा ख्याल इधर आ जावे, उदों ख्याल घट फैलिया हुंदा है, शरीर दे विच बल हुंदा है, कई घंटे असीं अभ्यास कर सकते हैं। तो इस वास्ते आप प्यार नाल कहंदे आ भी जिसने भी उस सुरत नूं शब्द दे नाल जोड़ लिया, अपने ख्याल नूं फैले नूं अंदर लै आंदा, उसने परमात्मा नूं पा लिया। इत्थे किसी कौम का लिहाज नहीं, मजहब का लिहाज नहीं, कोई मुल्क का नहीं गा भी अमरीकन पा सकते हैं, हिंदुस्तानी नहीं पा सकते, या हिंदुस्तानी पा सकते हैं और अमरीकन नहीं पा सकते गे। ये पंडितां की तरह ला नहीं गा। मैं जयपुर गया, कुछ पंडित आए, मैनू कहन लगे कि तुसीं इकट्ठियां नूं दीक्षा दिंदे हो, औरत मर्द नूं। मैं कहा हाँ। तो औरत नूं तां कहंदे अधिकार नहीं वेद पढ़न दा। मैं बड़ा सुन के गंभीर जा होया। मैं कहदी हूँ तो मैं थोड़ी इज्जत करदा, जिहड़ा तुसीं लफ्ज किया है, पर कि औरत दे जम्मिया तो पढ़ सकता है ते औरत नहीं पढ़ सकती? या तो कोई ऐसा बंदा लियाओ जिहड़ा किसी औरत ने तो पैदा ना किया होवे, वो वेद पढ़ के सुनावे तो आपां कहांगे भी ये तो औरत नहीं पढ़ सकती। गुरु नानक साहब कहते हैं, सो क्यों मंदा आखिए जित जम्मे राजान। इनू जगत जननी संतां ने क्या है, जिथों राजे महाराजे संत भी इसे तरीके नाल संसार विच आउंदे है। इस वास्ते ये नहीं जिवें समाजिक लोगों के ला लाए है कि ये हकदार नहीं, ये हकदार है। नहीं भाई, कबीर साहब कहते सारे हकदार है, चाहे हिंदू है, चाहे मुसलमान है, चाहे ईसाई है, चाहे औरत है, चाहे मर्द है, जो भगती करे परमात्मा उसे दा है। जो भी उस परमात्मा की भगती करता है, परमात्मा उसका है। जी। अंतर ध्यान नाम निज केरा, जिन भजया तिन पाई। कहे कबीर साध की महिमा, हर अपने मुख गाई। कबीर साहब कहते हैं, जो कुछ मैं बयान किया मैं अपनी तरफों नहीं किया, मेरे अंदरों परमात्मा बोलता है। जो तुम परमात्मा दे बन गए हो उही बोलेगा तुहाडे अंदर। इस वास्ते कहते मैं जो साधु की महिमा गाई है, ये हरि भगवान ने खुद ही गाई है। पलटू साहब ने कहा, टले पसीना संत टले मेरा लहू है। क्योंकि जो संत अभेद हो गया है वो अपने आप नहीं, फिर वो जो कुछ वह परमात्मा बुलाता है वही बोलता। की बोलता वो यही बोलता भी प्यारिओ, मनुख जन्म जिहड़ा है बड़ा उत्तम है, बड़ा कीमती है, ये भागां नाल तुहानूं मिलिया है, ये वार वार नहीं तुहानूं मिलना गा। सिर्फ इहदे विचों भगती करके ही फायदा उठा सकते हो। इस वक्त नूं तुसीं नजायज खराब ना करो, जायज तरीके नाल मनुख जन्म नूं तुसीं वरतों च लिआओ। सो सानू भी चाहिए है, मैं प्यारे बच्चों कई दिन का थानू समझा रहा है
कि सत्संग कितना जरूरी है, क्योंकि सत्संग दे विच आउण नाल सानू साडीआं गलतियां दा पता लगदा है, साडे अंदर बिरे तड़फ जागदी है। नाम दी कमाई सत्संग जावांगे तद ही असीं करांगे। नाम दी कमाई जरूर करनी है। मैं तुहानूं रोज़ ही समझा रहा है। तो मैं आशा करदा है जो कुछ रोज़ तुसीं सुनिया है, समझिया है, अभ्यास किया है, किसी ने अभ्यास दे विच कोई प्राप्त किया है, इस नूं इन्हां तिन्नां तरीकिਆਂ नाल ही तुसीं याद रख सकते हो, कायम रख सकते हो। सत्संग जाना, नाम शब्द का अभ्यास करना बड़ा जरूरी है। मैं तुहानूं अपने प्यारे गुरुदेव का बचन याद ला देना है, जिहड़ा मैं आम तौर पर हर जगह ही, चाहे मैं पश्चिम में जावां चाहे पूर्व च, याद कराउणा हुंदा है कि 100 कम छड्ड के सत्संग अंदर जाओ, 1000 कम छड्ड के तुसी भजन अभ्यास विच बैठ जाओ। उन्ना चिर तुसी तन नूं खुराक ना देवो जिन्ना चिर तुसी आत्मा नूं खुराक ना दे लो। तन दी खुराक अन्न है, सानू पता है, जे ना खाधा तो तुरया नहीं जाएगा, कारोबार नहीं होएगा। आत्मा नूं इदों ज़्यादा जरूरत है। आत्मा की खुराक शब्द नाम की कमाई है। हुण जे साडे अंदर आत्मक बल नहीं तो असीं फौरन आ जिहड़ा कहने आ साडा जी मन नहीं टिकदा, आ नहीं हुंदा, ते आत्मक कमजोरी हुंदी है, आत्मक बल नहीं हुंदा गा। जे अभ्यास करांगे तो आत्मा दे अंदर जोश आएगा, आत्मा बलवान होएगी, छेती छेती डोलदा नहीं। फिर इस वास्ते वो कहते उन्ना आत्मा की खुराक आत्मा नूं भी जरूरी है। सो भजन अभ्यास नूं कदे बोझा ना समझो। अपने घरां अंदर रोज़ रोज़ प्यार ना करो, समय की वाट कर लो, कद असी दुकान ते जाना है, कद दफ्तर जाना है, कद खाना खाना है या खेती करनी है, तो किस साडा किहड़ा टाइम है, उहदे विचों तुसीं अभ्यास का टाइम भी रख लो। मैं यही आशा करदा जो कुछ आप सब ने सुनिया है उस पर अमल करोगे, अपनी जिंदगी है जिहड़ी उस नूं सफल बनाओगे। अंतर ध्यान नाम निज केरा, जिन पजया तिन पाई। कहे कबीर साध की महिमा, हरि अपने मुख गाई। हाँ भाई, आप सब प्रेमियां नूं काफ़ी दिन हो गए हैं सत्संग सुनदिआं नूं। मैं हर सत्संग दे अंदर तुहानूं बाबा जैमल सिंह दी कमाई बारे काफ़ी कुछ दसिया, स्वामी जी महाराज की कमाई बारे काफ़ी कुछ दसिया कि किस तरह उन्होंने कमाई की। महाराज सावण सिंह बारे तुहानूं दसिया, क्योंकि महाराज सावण दे चरनां विच बैठण दा मैनूं वध तो वध मौका मिलिया। उन्होंने खुद भजन अभ्यास कीता, हर एक नूं भजन अभ्यास की तरफ उन्होंने प्रेरिया। एक दफा कुछ सेवादार सन जिन्हां ने यह कहा कि महाराज जी बगैर भजन कीतियां पार कर दिओ। महाराज बिजली की तरह कड़के कहन लगे गलत गल है, तुहाडा काम तुसीं करना है,
ਚਾਹੇ ਇਸ ਜਨਮ ਕਰੋ ਚਾਹੇ ਦੂਸਰੇ ਕਰੋ, ਜਿੱਥੋਂ ਛੱਡੋਗੇ ਉੱਥੋਂ ਹੀ ਤੁਹਾਨੂੰ ਕਰਨਾ ਪਏਗਾ। ਮਸਤਾਨਾ ਬਲੋਚਿਸਤਾਨੀ ਸਿਕੰਦਰਪੁਰ ਮਹਾਰਾਜ ਸਾਵਣ ਦੇ ਦਰਸ਼ਨਾਂ ਨੂੰ ਗਿਆ। ਉਹਨਾਂ ਦੇ ਲੜਕੇ ਨੇ ਉਹਨਾਂ ਨੂੰ ਕੋਈ ਸੇਵਾ ਵਾਸਤੇ ਬਚਿੰਤ ਸਿੰਘ ਨੇ ਕਿਹਾ ਕਿ ਸੇਵਾ ਕਰੋ। ਉਹ ਕਹਿਣ ਲੱਗੇ ਪਹਿਲੇ ਦਰਸ਼ਨ ਕਰ ਲਈਏ। ਦਰਸ਼ਨਾਂ ਦੀ ਖਾਤਰ ਬਲੋਚਿਸਤਾਨ ਛੱਡ ਕੇ ਆਏ हैं। ਬਚਿੰਤ ਸਿੰਘ ਨੇ ਜਾ ਕੇ ਸ਼ਿਕਾਇਤ ਕੀਤੀ ਕਿ ਜੀ ਨਾ ਤਾਂ ਇਹ ਆਪ ਸੇਵਾ ਤੇ ਜਾਂਦਾ ਹੈ, ਨਾ ਇਹ ਕਰਨ ਦਿੰਦਾ ਹੈ, ਜਾਂ ਇਹ ਭਜਨ ਕਰਦੇ ਹੈ। ਮਹਾਰਾਜ ਕਹਿਣ ਲੱਗੇ ਮੈਂ ਤਾਂ ਕਹਿੰਦਾ ਤੂੰ ਵੀ ਨਾ ਕਰ, ਕਿਉਂਕਿ ਮੇਰਾ ਮਿਸ਼ਨ ਤਾਂ ਭਜਨ ਅਭਿਆਸ ਕਰਨਾ ਹੈ। ਕਿਸ ਤਰ੍ਹਾਂ ਉਹਨਾਂ ਨੇ ਭਜਨ ਅਭਿਆਸ ਕੀਤਾ, ਰਾਤਾਂ ਜਾਗੇ, ਮਿਹਨਤਾਂ ਕੀਤੀਆਂ। ਇਸੇ ਤਰ੍ਹਾਂ ਮੈਂ ਬਾਬਾ ਸੋਮਨਾਥ ਦੇ ਮੁਤਲਕ ਦੱਸਿਆ ਸੀ ਕਿ ਜਦ ਮੈਂ ਬਾਬਾ ਵਿਸ਼ਨ ਦਾਸ ਨੂੰ ਮਹਾਰਾਜ ਸਾਵਣ ਸਿੰਘ ਦੇ ਪਾਸ ਲੈ ਕੇ ਗਿਆ ਸੀ, ਕਿਉਂਕਿ ਬਾਬਾ ਵਿਸ਼ਨ ਦਾਸ ਕਾਫੀ ਬਜ਼ੁਰਗ ਹੋ ਚੁੱਕੇ ਸਨ। ਬਾਬਾ ਵਿਸ਼ਨ ਦਾਸ ਖੂਹ ਦਾ ਡੱਡੂ ਨਹੀਂ ਸੀ, ਉਹ ਖੁੱਲ੍ਹ ਦਿਲਾ ਮਹਾਤਮਾ ਸੀ, ਹਾਲਾਂਕਿ ਬਰਮ ਦੇ ਅੰਦਰ ਪਹੁੰਚਿਆ ਹੋਇਆ ਸੀ। ਪਰ ਮੈਨੂੰ ਇਹ ਦੱਸਿਆ ਉਹਨਾਂ ਨੇ ਕਿ ਬੇਟਾ ਰਸਤਾ ਉੱਪਰ ਹੈ, ਕਲਾਸ ਜਾਰੀ ਰੱਖੋ। ਜਦ ਸਾਵਣ ਸਿੰਘ ਮਹਾਰਾਜ ਦੀ ਦੱਸ ਪਈ, ਮੈਂ ਬਾਬਾ ਵਿਸ਼ਨ ਦਾਸ ਕੋਲੇ ਆਇਆ। ਉਹਨਾਂ ਨੇ ਕਿਹਾ ਕਿ ਦੇਖ ਹੁਣ ਤੇਰਾ ਟਾਈਮ ਨਹੀਂ, ਮੈਂ ਤੈਨੂੰ ਉੱਪਰਲੇ ਮੰਡਲਾਂ ਚੋਂ ਹੀ ਉੱਪਰ ਲੈ ਜਾਊਂਗਾ, ਇਹ ਮੇਰਾ ਵਾਅਦਾ ਹੈ। ਜਦ ਮੇਰੇ ਮੁਤਲਕ ਬਾਬਾ ਵਿਸ਼ਨ ਦਾਸ ਨੇ ਦੱਸਿਆ ਕਿ ਇਹਨਾਂ ਨੇ ਕਿਸ ਤਰ੍ਹਾਂ ਧੂਣੀਆਂ ਤਪਾਈਆਂ, ਕਿਸ ਤਰ੍ਹਾਂ ਇਹਨਾਂ ਨੇ ਮਿਹਨਤ ਕੀਤੀ, ਉਹਨਾਂ ਨੇ ਬਾਬਾ ਸੋਮਨਾਥ ਨੂੰ ਸੱਦਿਆ ਕਿ ਸਾਡੇ ਇਹ ਸੇਵਕ ਨੇ ਵੀ ਕਾਫੀ ਇਸ ਤਰ੍ਹਾਂ ਦੇ ਜਪ ਤਪ ਧੂਣੀਆਂ ਵਗੈਰਾ ਤਪਾਈਆਂ ਹਨ। ਇਸੇ ਤਰ੍ਹਾਂ ਮੈਂ ਦੱਸਿਆ ਸੀ ਕਿ ਮਹਾਰਾਜ ਕਿਰਪਾਲ ਨੇ ਕਿਸ ਤਰ੍ਹਾਂ ਰਾਵੀ ਦੇ ਅੰਦਰ ਪਾਣੀ ਦੇ ਅੰਦਰ ਵੜ ਕੇ ਅਭਿਆਸ ਕੀਤਾ। ਕੀ ਉਹ ਮੰਜੇ ਚਾਰਪਾਈ ਤੇ ਪੈ ਨਹੀਂ ਸਕਦੇ ਸਨ? ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਿਸ ਤਰ੍ਹਾਂ 18 ਸਾਲ ਮੈਂ 2 ਸ਼ਬਦ ਦਾ ਅਭਿਆਸ ਜੋ ਬਾਬਾ ਵਿਸ਼ਨ ਦਾਸ ਤੋਂ ਮਿਲਿਆ ਸੀਗਾ ਜ਼ਮੀਨ ਦੇ ਅੰਦਰ ਬੈਠ ਕੇ ਕੀਤਾ ਸੀਗਾ, ਔਰ ਕਾਫੀ ਜ਼ਿੰਦਗੀ ਦਾ ਹਿੱਸਾ ਜ਼ਮੀਨ ਅੰਦਰ ਲਾਇਆ। ਮੇਰਾ ਇਹ ਜਾਤੀ ਤਜਰਬਾ ਹੈ ਕਿ ਸੰਤ ਮਤ ਦੇ ਜਿਹੜੇ ਪਹਿਲੇ ਅਭਿਆਸ ਹੈ ਇਹ ਕਠਿਨ ਹਨ, ਜਦ ਰਸਤਾ ਚੱਲ ਪੈਂਦਾ ਹੈ ਫਿਰ ਉਤਨੇ ਕਠਿਨ ਨਹੀਂ ਹੁੰਦੇਗੇ, ਫਿਰ ਆਸਾਨ ਹੋ ਜਾਂਦੇ ਹਨ। ਮੈਂ ਤੁਹਾਨੂੰ ਦੱਸਿਆ ਸੀ ਕਿ ਬਗੈਰ ਕਮਾਈ ਅੱਜ ਤਾਈਂ ਕਦੇ ਕਿਸੇ ਨੂੰ ਦੁਨੀਆਦਾਰੀ 'ਚ ਵੀ ਕੁਝ ਨਹੀਂ ਮਿਲਿਆ ਔਰ ਰੂਹਾਨੀਅਤ 'ਚ ਵੀ ਕੁਝ ਨਹੀਂ ਮਿਲਦਾਗਾ। ਜੋ ਲੋਕ ਨਾ ਕਾਮ ਛੱਡਣ ਨੂੰ ਤਿਆਰ ਹੈ, ਨਾ ਕ੍ਰੋਧ ਛੱਡਣ ਨੂੰ ਤਿਆਰ ਹੈ, ਨਾ ਲੋਭ, ਨਾ ਮੋਹ, ਨਾ ਹੰਕਾਰ, 5 ਡਾਕੂਆਂ ਦੀ ਸ਼ਿਕਾਰ ਹੈ, ਔਰ ਉਹ ਪਰਮਾਤਮਾ ਨੂੰ ਵੀ ਅੰਦਰ ਮਿਲਣਾ ਚਾਹੁੰਦੇ ਹੈ, ਉਹ ਕਾਮਯਾਬ ਨਹੀਂ ਹੋਣਗੇ, ਕਿਉਂਕਿ ਇਹ ਤਾਂ ਅਸੀਂ ਇੱਕ ਕਿਸਮ ਦਾ ਉਸ ਪਰਮਾਤਮਾ ਦੇ ਨਾਲ ਮਖੌਲ ਕਰ ਰਹੇ ਹਾਂ, ਹਾਸਾ ਮਜ਼ਾਕ ਕਰ ਰਹੇ ਹਾਂ। ਪਰਮ ਪਿਤਾ ਕਿਰਪਾਲ ਨੇ ਡਾਇਰੀ ਰੱਖਣ ਵਾਸਤੇ ਸਾਨੂੰ ਦੱਸਿਆ। ਮੈਂ ਸਤਸੰਗ 'ਚ ਖੋਲ ਕੇ ਦੱਸਿਆ ਸੀਗਾ ਕਿ ਉਹਨਾਂ ਦਾ ਮਕਸਦ ਇਹ ਨਹੀਂ ਸੀ ਕਿ ਸ਼ਾਮ ਨੂੰ ਡਾਇਰੀ ਭਰ ਲਓ ਤੇ ਕੱਲ ਨੂੰ ਜੋ ਅੱਜ ਬੁਰਾਈ ਕੀਤੀ ਹੈ ਫਿਰ ਉਹਨੂੰ ਦਰਜ ਕਰ ਲਓ। ਨਹੀਂ, ਜਦ ਅਸੀਂ ਇੱਕ ਵਾਰੀ ਗਲਤੀ ਕਰ ਲਈਏ, ਜ਼ਿੰਦਗੀ ਦੀ ਇੱਕ ਗਲਤੀ ਕਾਫੀ ਹੁੰਦੀ ਹੈ, ਦੂਸਰੀ ਦਫਾ ਗਲਤੀ ਨਹੀਂ ਹੋਣੀ ਚਾਹੀਦੀ, ਕਿਉਂਕਿ ਇੱਕ ਜ਼ਿੰਦਗੀ ਦੀ ਗਲਤੀ ਹੋਈ ਹੋਵੇ ਸਾਰੇ ਜੀਵਨ ਨੂੰ ਪਲਟ ਕੇ ਰੱਖ ਦਿੰਦੀ ਹੈ। ਇਹ ਨਹੀਂ ਸਵਾਮੀ ਜੀ ਮਹਾਰਾਜ ਨੇ ਕਿਹਾ ਸੀ, ਆਗੇ ਪਾਛੇ ਬਹੁ ਪਛਤਾਉ ਸਮਾਂ ਪੜੇ ਪਰ ਹੋਵਤ ਚੋਰਾ। ਮੈਂ ਅੱਛੀ ਤਰ੍ਹਾਂ ਖੁੱਲ ਕੇ ਦੱਸਿਆ ਸੀਗਾ ਕਿ ਅਸੀਂ ਗੱਲਾਂ ਨਾਲ, ਗੱਲੀ ਕਿਨੇ ਨਾ ਪਾਇਆ, ਮਤਾ ਕਿਸੇ ਦੇ ਦਿਲ 'ਚ ਖਿਆਲ ਹੋਵੇ ਕਿ ਮੈਂ ਗੱਲਾਂ ਦੇ ਨਾਲ ਪਾ ਲਊਂਗਾ। ਮੈਂ ਇਹ ਵੀ ਦੱਸਿਆ ਸੀ ਕਿ ਮੈਨੂੰ ਤਕਰੀਬਨ 40, 50 ਸਾਲ ਦੇ ਨਾਮ ਲੇਵਾ ਮਿਲੇ ਹੈ, ਲੇਕਿਨ ਸਵਾਏ ਗੱਲਾਂ ਤੋਂ ਪੱਲੇ ਕੁਛ ਨਹੀਂ ਗਾ।
ਸੰਤ ਮਤ ਦੇ ਵਿੱਚ ਸਾਨੂੰ ਭਜਨ ਦਾ ਚੋਰ ਨਹੀਂ ਬਣਾਉਣ ਦੇ ਉੱਤੇ ਜ਼ੋਰ ਦਿੱਤਾ ਜਾਂਦਾ। ਸੰਤ ਮਤ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਮਿਹਨਤ ਕਰੋ, ਅੰਦਰ ਜਾਓ, ਸਚਾਈ ਨੂੰ ਖੁਦ ਦੇਖੋ ਅੱਖਾਂ ਦੇ ਨਾਲ। ਸਤਿਗੁਰੂ ਸਮੁੰਦਰ ਹੈ, ਉਹਦੇ ਅੰਦਰ ਗੋਤਾ ਲਗਾਉਣਾ ਸੇਵਕ ਦਾ ਪਰਮ ਧਰਮ ਹੈ। ਕਿਉਂ ਸਾਡਾ ਮਨ ਧੋਖਾ ਦਿੰਦਾ ਹੈ? ਅਸੀਂ ਭਜਨ ਦੇ ਚੋਰ ਹਾਂ। स्वामी जी महाराज कहते हैं, जो जो चोर भजन दे प्राणी से दुख सहे, आलस नींद सतावे उनको नित नित भरम गहे, काम क्रोध के धक्के खावे, लोभ नदी में डूब मरे। कहते जेड़े भजन नहीं कर देगे, हुण मन ने निचला तो बैठना नहीं गा, उन्हां दा मन उन्हां नूं भरम च पा देगा, काम च फसा देगा, क्रोध दे विच फसा देगा। सानू कई दफा लोग हसदे भी है, देख बई ये सत्संग दे विच भी जांदा है और भैड़ा खोटा कर्म भी नहीं छड्दागा, माड़ा कुत्ता खसमे गाली। मैं दसदा हुंदा है कि किस तरह साडे राजस्थान दे अंदर महाराज सावण सिंह दे नाम लेवियां दी लोग प्रतीत करते सन कि ये ब्यास जांदा है, ये सावण सिंह दा शिष्य है, ये झूठ नहीं बोलदागा। अदालत भी सच मन लैंदी सी। इसे तरह गुरु गोबिंद सिंह के शिष्यां की हालत सी। कहावत सी कि कदे झूठ नहीं बोलते गए। महाराज सावण सिंह आम तौर के उत्ते सत्संग के अंदर एक शिष्यां दे सिखां दे काबले की कहानी सुणाउंदे हुंदे सीगे, क्योंकि फरक्सियर बादशाह ने कसम चुक लई सी कि मैं सिखां दा नाम निशान नहीं छड्डूंगा। सिख विपता दे मारे जंगलों में रहिंदे सन। एक काफला फड़िया आ गया, उन्हां दे अंदर एक बच्चा भी सी। वो जिहड़ी बच्चे दी माता सी, उहदी पहुंच वजीर दी राणी तक सी। सोचिया कि बच्चे नूं छडाया जावे। उसने वजीर दी राणी नूं कहा कि मेरा मासूम बच्चा है, अगर उस नूं छड्डिया जावे। उन्हें वजीर नूं कहा, वजीर ने बादशाह नूं कहा। वो कहण लगा इक्को ही शर्त है कि वो ये कह देवे मैं सिख नहीं गा, बस छड़ दिता जाएगा। सुबह माता गई, खुशी खुशी गई, भाई एक ही मामूली बात है, वो कह देवेगा। कहने लगी देख बेटा, मैं तेरा इंतजाम करता, सिफारिश ला दी है, तू कह दी मैं सिख नहीं। जब पूछने लगे, वो कहने लगा गलत गल है, मैं सिख है, मैं सिख है। जलाद नूं कहने लग्या आओ पहला मैनू कतल करो ताकि मेरी मां नूं ज्यादा इंतजार ना करनी पे, होर इनू तकलीफ ना उठानी पे। इस वास्ते उन्हां दे उत्ते लोग अतवार करते सी, झूठ नहीं बोलते गए। क्यों बई? कमाइयां करते सी। इसे तरह जो कुछ मैं आप सब नूं दस्या है वो यही चीज है कि बगैर कमाई, मैं तुहानूं दस्या सी कि मैनू तो कुछ मिलिया नहीं, गुरु नानक नूं भी बगैर कमाई कुछ हासिल नहीं होया सीगा। महाराज सावण सिंह ने किस तरह मेहनत की। अगर बगैर कमाई उन्होंने मिलता, उन्होंने की लोड़ सी मेहनत करन दी। हालांकि वो कुल मालक सन, वो क्यों कमाइयां करते हैं? दुनिया नूं डेमोस्ट्रेशन देण वास्ते, ताकि साडे लोकां नूं इह ज्ञान हो जाए तकलीफ बगैर कुछ नहीं मिलदागा, मेहनत बगैर कुछ नहीं मिलदागा। ये गलत ख्याल है साडा, जिहड़ा असीं इह कहने आ अंत समय गुरु आवे। क्यों बई? गुरु ने तुहाथों करजा चुकिया, वो आवे तुसीं कुछ ना करो। सोच के देखो, क्योंकि संत महात्मा किसी सोसाइटी के उत्ते बोझा बन के नहीं आउंदे गे। महाराज सावण सिंह कहते हुंदे सी, सेवक के जुम्मे भी कोई कम लाया हुंदा है, जिन्ना सेवक के जुम्मे लाया उन्ना सेवक का धर्म है कम करे। गुरु अपनी ड्यूटी ते कदे भी पिछे नहीं हटदागा। मैं एक लाभ सिंह सत्संगी की मिसाल दिना हुंदा, वो नाम लैके शराब पींदा हुंदा सीगा। अंत समय उसका ऑपरेशन होया, पेट के अंदर रसौली सी। महाराज सावण सिंह आए, वो दस रहा सी कि पिठ है महाराज दी। तुसीं सोच के देख लो, कबीर ने लोई की तरफ थोड़ी जी पिठ करी सी। की कहती सी, करबट भला ना करबट तेरी,
करवट भला ना करवट तेरी, लाग गले सुन बेनती मेरी। हाँ वारी मुख फेर प्यारे, करवट दे मोह को काहे को मारे। सेवक दे पल्ले की है जद गुरु पिठ करके खड़ जावे। अंत समा बसदा सानू। मैं होर कई वाकियात देखे है जिन्हां दे विच सेवक नूं परेशान होना पैंदा है। तो मेरा कहण दा भाव इतना ही है कि मैं आप सब नूं कमाई की तरफ इतने दिन प्रेरदा रहा है कि बई कमाई करो, मन नूं वेला ना छड्डो। अगर असी तीसरे तिल तो मन नूं थल्ले उतरन दी इजाजत दे दिंदे हैं, वो थल्ले भटकदा है, असी अपनी बहुत सारी शक्ति नूं नष्ट कर रहे हुंदे हैं। क्योंकि साडा जो घर है, घर दा बूहा है, वो तीसरा तिल है। सत्संगी दा ख्याल हमेशा तीसरे तिल दे उत्ते एकाग्र होना चाहिए है। अभ्यास नूं बोझा ना समझो, प्रेम प्यार ना करो, हर रोज करो। एक दिन का भजन अभ्यास अगर असी मुलतवी करते हैं तो कई दिन वध समा दे के भी असी उस नूं पूरा नहीं कर सकते। महाराज कृपाल कहते हुंदे सीगे कि 100 काम छड्ड के सत्संग अंदर जाओ, 1000 काम छड्ड के भजन अभ्यास दे विच बैठ जाओ। उन्ना चिकर तुसी शरीर नूं खुराक ना दिओ जिन्ना चिकर आत्मा नूं खुराक नहीं दे लेंदे। क्योंकि साडी आत्मा भी जन्मां जन्मांतरां दी भुखी है। असी ये सोचते हैं कि साडा जो शरीर है, अगर असीं अन्न ना खाधा ये थक जाएगा, ये कम नहीं देवेगा। कदे आत्मा की तरफ भी देखा है कि आत्मा जन्मां जन्मांतरां दी कितनी कमजोर हुई बैठी है। इस वास्ते भजन करना है। जो कुछ भी मैं तुहानूं सत्संग दे विच रोज दसदा रहा है उस दे उत्ते अमल करना है। क्योंकि संतां महात्मा दा 2-3 गल्लां ते जोर हुंदा है, सत्संग ते, नाम ते, गुरु नाल प्यार, भरोसा। अगर साडा भरोसा प्यार ना होएगा अंदर रास्ता नहीं खुलदागा। मैं ये भी दसिया सीगा कि असी उस परमात्मा गुरु जो साडे अंदर शब्द रूप होके बैठा है उसनूं असी धोखा नहीं दे सकदेगे। मता ये दिल दे विच ख्याल होवे कि असी अच्छियां गल्लां करन जाणदे हैं, क्योंकि साडी आदत है इधरों 4 गल्लां सुनिया उधरों सुनिया। कबीर साहब कहंदे है, साखी लिया बना के ये तो अक्षर काट, कहे कबीर कब लग जिए झूठी पत्तल चाट। महाराज सावण सिंह कहते लोगों की कमाइयां की जिक्र करते हैं लेकिन कदे आप भी कीती। कैसे साहे जद हम ना व्याहे, लोगों की शादियां दे गीत गाउने, खुद आपकी शादी नहीं कराउंदे गे। सानू मेहनत करनी चाहिए है, मेहनत दे चोर भुल के भी ना बनो। स्वामी जी महाराज कहते हैं, अपने जीव की दया पालो, 84 का फेर बचा लो। भजन करना किसी ते आसान नहीं करना, इस अपने आप से दया कर रहे हुन्ने हैं। इस वास्ते आप प्यार दे नाल समझाउंदे है कि असी मेहनत करनी है, भजन अभ्यास करना है। भजन अभ्यास दे अंदर असी तद ही कामयाब होवांगे जे अपने ख्यालां दे उत्ते कंट्रोल करांगे। जिथे प्रेम भजन दे विच लाउने हैं उत्थे काम, क्रोध, लोभ, मोह, हंकार तो भी असी बचना है। इन्हां तो कद बचते हैं, मैं दस्सिया सीगा कि इन्हां दी जो स्थूल गंढ है वो साडे सब दे इत्थे अखां पिछे है, सूक्ष्म त्रिकुटी दे विच है। जिन्ना चिकर साडा मन त्रिकुटी दे विच नहीं पहुंच जाता, आपदे घर ब्रह्म दे विच नहीं पहुंच जातागा, आत्मा इस दे पंजे तो आजाद होके पार ब्रह्म विच नहीं पहुंच जातीगी, असी छड़ नहीं सकते इस बीमारी नूं। मेरे पास कई आदमी आउंदे हो कसमां खांदे है, बाबा जी असी मुड़ के काम नहीं करांगे, लेकिन वो छड़ नहीं सके। क्यों नहीं छड़ सके? कि उसदे राज दे विच है। जद तक घर वाला अपनी आई ते नहीं आ जाता ये कदे भी अंदरों नहीं निकलणगे। जद घर दा मालक जाग पैंदा है, कबीर साहब कहंदे है, मशाफर जागदे रहना नगर में चोर आते हैं, जरा सी नींद गफलत में देख झटपट गठड़ी उठाते हैं। वो कहने लगे थोड़े नगर विच इस देह विच चोर आउंदे है, काम, क्रोध, लोभ, मोह, हंकार ये सुत्ते नूं उठा लेंदे है।
ਵੇਂਦੇ ਆ ਗਫਲਤ ਦੇ ਵਿੱਚ, ਫੌਰਨ ਉਸ ਤੋਂ ਆਪਣਾ ਕੰਮ ਕਰਾ ਕੇ ਤੇ ਤੁਰਦੇ ਹੁੰਦੇ ਆ। ਜੀਵ ਦੇ ਪੱਲੇ ਕੀ ਪੈ ਜਾਂਦਾ? ਪਛਤਾਵਾ ਰਹਿ ਜਾਂਦਾ ਹੈ ਵੀ ਮੈਂ ਕਿਉਂ ਬੁਰਾਈ ਕੀਤੀ। ਜਾਂਦੇ ਦੱਸ ਵੀ ਜਾਂਦੇ ਆ ਵੀ ਤੂੰ ਗਲਤ ਹੈ। ਇਸ ਵਾਸਤੇ ਆਪ ਸਾਨੂੰ ਪਿਆਰ ਦੇ ਨਾਲ ਮੈਂ ਜੋ ਕੁਝ ਤੁਹਾਨੂੰ ਦੱਸਿਆ ਹੈ ਉਸ ਤੇ ਸਭ ਪ੍ਰੇਮੀਆਂ ਨੇ ਅਮਲ ਕਰਨਾ ਹੈ, ਕਮਾਈ ਕਰਨੀ ਹੈ। ਮੈਨੂੰ ਬਹੁਤ ਸਾਰੇ ਪੁੱਛਦੇ ਹੈ ਕਿ ਜੀ ਸਾਨੂੰ 30 ਸਾਲ ਹੋ ਗਏ ਨਾਮ ਲਿਆਂ ਨੂੰ, ਕੋਈ ਕਹਿੰਦਾ 40 ਹੋ ਗਏ, ਕੀ ਪਰਦਾ ਖੁੱਲਣ ਦਾ ਕੋਈ ਵਕਤ ਹੁੰਦਾ ਹੈ? ਮੈਂ ਕਹਿੰਦਾ ਹੁੰਦਾ ਨਹੀਂ। ਪ੍ਰੇਮੀ ਆਤਮਾ ਦਾ ਗੁਰੂ ਕੋਲੇ ਆਉਣਾ ਇਸ ਤਰ੍ਹਾਂ ਹੈ ਜਿਵੇਂ ਖੁਸ਼ਕ ਬਰੂਦ ਨੂੰ ਅੱਗ ਦੇ ਨੇੜੇ ਕਰ ਦਈਏ, ਬਾਕੀ ਅਸੀਂ ਗਿੱਲੇ ਬਰੂਦ ਹਾਂ। ਇਹ ਕੋਈ ਗਵਰਨਮੈਂਟ ਦੀ ਸਰਵਿਸ ਨਹੀਂ। ਪ੍ਰੇਮੀ ਆਉਂਦਾ ਹੈ, ਆਪਣਾ ਕੰਮ ਬਣਾ ਕੇ ਡੰਡੀ ਲੱਗਦਾ ਹੈ, ਬਾਕੀ ਅਸੀਂ ਸੋਚਦੇ ਰਹਿ ਜਾਂਦੇ ਹਾਂ। ਸਤਿਗੁਰੂ ਦਇਆ ਕਰਨ ਨੂੰ 24 ਘੰਟੇ ਹੀ ਜੀਵ ਦੇ ਉੱਤੇ ਉਹ ਤਿਆਰ ਹੁੰਦਾ ਹੈ। ਉਹ ਕਦੇ ਵੀ ਆਪਣੀ ਦਇਆ ਕਰਨ ਲੱਗਿਆ ਢਿੱਲ ਨਹੀਂ ਕਰਦਾ, ਵਕਤ ਨਹੀਂ ਸੋਚਦਾਗਾ, ਉਹ ਝੱਖੜ ਮੀਂਹ ਤੋਂ ਨਹੀਂ ਡਰਦਾਗਾ। ਮੈਂ ਦੱਸਿਆ ਸੀ ਕਿ ਬੂਹਾ ਬੰਦ ਹੋਵੇ, ਝੱਖੜ ਵਗਦਾ ਹੋਵੇ, ਬਾਰਿਸ਼ ਪੈਂਦੀ ਹੋਵੇ, ਤੁਸੀਂ ਬੇਸ਼ੱਕ ਖਾਰੇ ਸਮੁੰਦਰ ਦੇ ਵਿੱਚ ਬੈਠੇ ਹੋ, ਪ੍ਰੇਮ ਨਾਲ ਜਦ ਗੁਰੂ ਨੂੰ ਯਾਦ ਕਰੋਗੇ ਉਹ ਆਏਗਾ ਤੁਹਾਡੇ ਕੋਲੇ, ਤੁਹਾਡਾ ਪ੍ਰੇਮ ਖਿੱਚ ਕੇ ਲੈ ਆਏਗਾ ਉਸ ਨੂੰ। ਇਸ ਵਾਸਤੇ ਅਸੀਂ ਜੋ ਕੁਝ ਵੀ ਸੁਣਿਆ ਸਤਸੰਗ ਦੇ ਅੰਦਰ ਸਭ ਨੇ ਅਮਲ ਕਰਨਾ ਹੈ। ਆਪ ਸ੍ਰੀ में सब ने प्रेम प्यार बना के रखना है। बाकी जितने भी प्रेमी है जिन्हों ने इस कार्यक्रम ਦੇ ਵਿੱਚ ਹਿੱਸਾ ਲਿਆ ਹੈ, 10 ਦਿਨ ਆਪਣਾ ਕੀਮਤੀ ਵਕਤ ਦਿੱਤਾ ਹੈ, ਅਸੀਂ ਸਭ ਦੇ ਧੰਨਵਾਦੀ ਹਾਂ। ਜੋ ਪ੍ਰੇਮੀ ਬਾਬਾ ਸੋਮਨਾਥ ਦੇ ਬਾਹਰੋਂ ਆ ਕੇ ਆਪਣੇ ਗੁਰੂਦੇਵ ਦਾ ਭੰਡਾਰੇ ਦੇ ਰੂਪ ਵਿੱਚ ਸੰਗਤ ਦੀ ਸੇਵਾ ਕੀਤੀ ਹੈ, ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ। ਕਿਉਂਕਿ ਸ਼ਿਸ਼ ਦਾ ਫਰਜ਼ ਹੈ ਕਿ ਆਪਣੇ ਗੁਰੂਦੇਵ ਦੀ ਯਾਦ ਮਨਾਵੇ, ਆਪਣੇ ਗੁਰੂਦੇਵ ਵਾਸਤੇ ਹਮੇਸ਼ਾ ਹੀ ਜਗ੍ਹਾ ਰੱਖੇ।